ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸਾਰਿਆਂ ਦਾ, ਜਿੰਨੇ ਵੀ ਵਿਦਿਆਰਥੀ ਮਾਪੇ ਜੁੜ ਚੁੱਕੇ ਹਨ, ਵੀਰ ਭੈਣ ਭਰਾ, ਉਹਨਾਂ ਸਾਰਿਆਂ ਦਾ ਸਵਾਗਤ ਹੈ ਜੀ। ਆਓ ਅੱਜ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਾਪ ਦੇ ਨਾਲ ਸ਼ੁਰੂਆਤ ਹੁੰਦੀ ਆ। ਸੋ ਬੇਨਤੀ ਹੈ ਕਿ ਆਪਾਂ ਜਿੱਥੇ ਜਿਵੇਂ ਬੈਠੇ ਹਾਂ ਉਸ ਵਾਹਿਗੁਰੂ ਦੇ ਨਾਲ ਜੁੜਨਾ ਕਰੀਏ ਜੀ। ਸੋ ਅੱਜ ਦੀ ਜਾਪ ਦੀ ਸੇਵਾ ਲੈ ਰਹੇ ਆ ਪਲਕਪ੍ਰੀਤ ਕੌਰ ਜੀ ਅਤੇ ਖੁਸ਼ਮੀਨ ਕੌਰ ਜੀ, PPP ਨੰਬਰ 13785 13788 ਜੋਨ ਮੱਖੂ ਤੋਂ ਜਾਪ ਦੀ ਸੇਵਾ ਲੈ ਰਹੇ ਨੇ ਮੱਖੂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਜੀ, ਸ਼ੁਰੂ ਕਰੋ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਸਾਨੂੰ ਉਸ ਜਾਪ ਦੇ ਨਾਲ, ਗੁਰੂ ਦੇ ਨਾਲ ਜੁੜਨਾ ਕੀਤਾ ਹੈ। ਸੋ ਹੁਣ ਆਪਾਂ ਅੱਜ ਦਾ ਸੈਸ਼ਨ ਸ਼ੁਰੂ ਕਰਨਾ ਹੈ ਜੀ। ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਜੋ ਵੀ ਬੋਲਣਾ ਹੈ ਬੁਲਾਰੇ ਨੇ, ਪਹਿਲਾਂ ਉਸ ਦਾ ਧਿਆਨ ਨਾਲ ਸੁਣਨਾ ਹੈ ਤੇ ਸੁਣਨ ਤੋਂ ਬਾਅਦ ਹੈਂਡ ਰੇਜ਼ ਕਰਨੇ ਆ ਕਿ ਉਸ ਦੇ ਵਿੱਚੋਂ ਕੋਈ ਸਵਾਲ ਪੁੱਛਣਾ ਹੈ, ਕਿ ਸਵਾਲ ਪੁੱਛਣਾ ਹੈ ਕਿ ਅਸੀਂ ਕੀ ਸੁਣਿਆ, ਕਿ ਉਸ ਦੇ ਵਿੱਚੋਂ ਅਸੀਂ ਕੁਝ ਜਾਣਨਾ ਚਾਹੁੰਦੇ ਹਾਂ, ਕੁਝ ਸਿੱਖਣਾ ਚਾਹੁੰਦੇ ਹਾਂ। ਸੋ ਬੇਨਤੀ ਹੈ ਬੱਚਿਆਂ ਨੂੰ ਵਾਧੂ ਚੈਟ ਨਾ ਕੀਤੀ ਜਾਵੇ, ਨਾ ਹੀ ਹਜੇ ਕੋਈ ਹੈਂਡ ਰੇਜ਼ ਕੀਤਾ ਜਾਵੇ ਜੀ। ਹੈਂਡ ਰੇਜ਼ ਵੀ ਉਸ ਤੋਂ ਬਾਅਦ ਹੀ ਕਰਨਾ ਹੈ, ਸੁਣਨ ਤੋਂ ਬਾਅਦ। ਬਸ ਬੇਨਤੀ ਹੈ ਜੀ। ਮਨਮੀਤ ਕੌਰ ਭੈਣ ਜੀ ਦਿੱਲੀ ਤੋਂ ਜੁੜੇ ਨੇ ਸਾਡੇ ਨਾਲ, ਅੱਜ ਦਿੱਲੀ ਤੋਂ ਜੁੜੇ ਨੇ ਮਨਮੀਤ ਕੌਰ ਜੀ। ਉਹਨਾਂ ਦਾ ਸੈਸ਼ਨ ਹੈ ਜੀ, ਉਹਨਾਂ ਦਾ ਵਿਸ਼ਾ ਹੈ ਮਨ ਜੀਤੈ ਜਗ ਜੀਤ। ਸਾਰਿਆਂ ਨੂੰ ਵਿਸ਼ੇ ਬਾਰੇ ਪਤਾ ਲੱਗ ਗਿਆ ਜੀ। ਆਓ ਆਪਾਂ ਉਹਨਾਂ ਤੋਂ ਸੁਣਦੇ ਹਾਂ ਤੇ ਬੇਨਤੀ ਕਰਦੇ ਹਾਂ ਉਹਨਾਂ ਨੂੰ ਕਿ ਬੱਚਿਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी आवाज क्लियर आ रही है जी? भैन जी अगर थोड़ा जा लाउड बोलोगे तो क्या बेटर रहेगा। आवाज कुछ बेटर लीजिए। हाँ जी कुछ बेटर। संगत जी वाहिगुरू जी का खालसा, वाहिगुरू जी की फतेह। महाराज दी बेअंत किरपा जी आप सारिਆਂ ਤੇ। एजुकेट पंजाब प्रोजेक्ट महाराज किरपा बहुत सोहनी सेवा ले रहे हैं आप सारिਆਂ ਤੋਂ। ਬੱਚਿਆਂ ਨੂੰ ਪੜ੍ਹਾਉਣਾ, ਉਹਨਾਂ ਨੂੰ ਨਾ ਕੇਵਲ ਦੁਨਿਆਵੀ ਪੜ੍ਹਾਈ ਪਰ ਨਾਲ ਗੁਰਮਤਿ ਗਿਆਨ ਵੀ ਦੇਣਾ, ਸ਼ਾਇਦ ਇਸ ਤੋਂ ਵੱਡੀ ਸੇਵਾ ਕੋਈ ਨਹੀਂ। महाराज ਦਾ बहुत बहुत शुक्राना है जी आप सारिਆਂ ਤੋਂ ਇੰਨੀ ਸੋਹਣੀ ਸੇਵਾ ਲੈ ਰਹੇ ਤੇ ਵਡਭਾਗੀਆਂ ਆਪਾਂ ਸਾਰੇ ਜੋ ਆਪ ਸਾਰਿਆਂ ਦੀ ਸੰਗਤ ਕਰਨ ਨੂੰ ਮਿਲੀ। ਵਡਭਾਗੀ ਨੇ ਬੱਚੇ ਜੋ ਇਸ ਤਰ੍ਹਾਂ ਆਪ ਸਾਰਿਆਂ ਨਾਲ ਜੁੜੇ ਨੇ ਜੀ। महाराज किरपा बहुता समा ना लेंदे ਅਸੀਂ ਅੱਜ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਜੀ, ਕਿਉਂਕਿ ਸਾਡੇ ਨਾਲ ਬੱਚੇ ਜੁੜੇ ਨੇ ਤੇ ਕੋਸ਼ਿਸ਼ ਰਹੇਗੀ ਕਿ ਥੋੜਾ ਬੱਚਿਆਂ ਦੇ ਹਿਸਾਬ ਨਾਲ ਅਸੀਂ ਗੱਲ ਕਰੀਏ। ਤੇ ਬੱਚਿਆਂ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਬਹੁਤ ਹੀ ਇੰਟਰੈਕਟਿਵ ਸੈਸ਼ਨ ਹੋਏਗਾ
ਆਪ ਜੀ ਨੂੰ ਸਵਾਲ ਪੁੱਛੇ ਜਾਣਗੇ ਤੇ ਆਪ ਜੀ ਨੇ ਚੈਟ ਬਾਕਸ 'ਚ ਉਹਦਾ ਫਟਾਫਟ ਜਵਾਬ ਦਿੰਦੇ ਰਹਿਣਾ ਤਾਂ ਕਿ ਸਾਨੂੰ ਵੀ ਸਮਝ ਆ ਸਕੇ ਕਿ ਆਪ ਜੀ ਕਿੰਨਾ ਕੁ ਸੁਣ ਪਾ ਰਹੇ ਹੋ ਤੇ ਕਿੰਨਾ ਕੁ ਗ੍ਰਾਸਪ ਕਰ ਰਹੇ ਹੋ, ਠੀਕ ਹੈ, ਤਾਂ ਕਿ ਅਸੀਂ ਉਸ ਹਿਸਾਬ ਨਾਲ ਹੀ ਅੱਗੇ ਚੱਲੀਏ। ਜੇ ਕਿਤੇ ਵੀ ਆਪ ਜੀ ਨੂੰ ਲੱਗਦਾ ਹੈ ਕੋਈ ਕੁਛ ਨਹੀਂ ਸਮਝ ਆਇਆ ਤੇ ਆਪ ਜੀ ਦੁਬਾਰਾ ਪੁੱਛ ਸਕਦੇ ਹੋ, ਠੀਕ ਹੈ ਜੀ। ਬੇਨਤੀ ਜੀ ਮੈਂ ਸਕਰੀਨ ਸ਼ੇਅਰ ਕਰਨੀ ਸੀ, ਹੋ ਸਕਦੀ ਹੈ ਜੀ। ਸੋ ਹੁਣ ਆਪ ਸਾਰਿਆਂ ਤੋਂ ਸੈਸ਼ਨ ਸ਼ੁਰੂ ਕਰਨ ਤੋਂ ਪਹਿਲੇ ਇੱਕ ਸਵਾਲ ਹੈ, ਇੱਕ ਛੋਟੀ ਜਿਹੀ ਪहेली ਹੈ, ਆਪ ਸਾਰਿਆਂ ਨੂੰ ਦਾ ਜਵਾਬ ਦੇਣਾ ਹੈ। ਐਸੀ ਕਿਹੜੀ ਚੀਜ਼ ਹੈ ਜੋ ਸਾਡੇ ਅੰਦਰ ਵਸਦੀ ਹੈ ਪਰ ਅਸੀਂ ਉਹਨੂੰ ਬਹੁਤ ਜ਼ਿਆਦਾ ਜਾਣਦੇ ਨਹੀਂ ਆ? ਉਹੀ ਚੀਜ਼ ਜੇ ਅਸੀਂ ਨਹੀਂ ਜਾਣ ਪਾ ਰਹੇ, ਕੋਈ ਹੋਰ ਤੇ ਬਿਲਕੁਲ ਹੀ ਨਹੀਂ ਜਾਣ ਸਕਦਾ। ਉਹ ਸਾਡੀ ਸਭ ਤੋਂ ਵੱਡੀ ਵੈਰੀ ਵੀ ਹੈ ਤੇ ਸਾਡਾ ਸਭ ਤੋਂ ਪਿਆਰਾ ਮਿੱਤਰ ਵੀ ਉਹੀ ਹੈ। ਆਪ ਸਾਰੇ ਜਵਾਬ ਦਿਓ, ਉਹਦਾ ਕੀ ਜਵਾਬ ਹੈ ਜੀ ਇਹਦਾ? ਉਹ ਸਾਡੇ ਅੰਦਰ ਵਸਦੀ ਹੈ ਪਰ ਅਸੀਂ ਉਹਨੂੰ ਪਛਾਣਦੇ ਨਹੀਂ। ਵੈਰੀ ਨਾਈਸ, ਵੈਰੀ ਨਾਈਸ, ਬਹੁਤ ਸਾਰੇ ਜਵਾਬ ਆ ਰਹੇ ਨੇ। ਰੱਬ ਸਾਡਾ ਨਾ ਦੁਸ਼ਮਣ ਨਹੀਂ ਹੈ, ਉਹ ਸਾਡਾ ਸਿਰਫ ਮਿੱਤਰ ਹੀ ਹੈ। ਬਿਲਕੁਲ ਠੀਕ, ਬਹੁਤ ਸਹੀ ਜਵਾਬ ਆ ਰਹੇ ਨੇ। ਸਾਡਾ ਮਨ ਸਾਡੇ ਅੰਦਰ ਵਸਦਾ ਹੈ ਪਰ ਅਸੀਂ ਕਦੀ ਉਹਨੂੰ ਪਛਾਣ ਨਹੀਂ ਪਾਏ। ਹੋਰ ਕੋਈ ਤੇ ਇਹਨੂੰ ਕਦੀ ਪਛਾਣ ਹੀ ਨਹੀਂ ਸਕਦਾ, ਜੇ ਪਛਾਣ ਸਕਦੇ ਹਾਂ ਤੇ ਉਹ ਸਿਰਫ ਅਸੀਂ। ਤੇ ਸਾਡਾ ਫਿਲਹਾਲ ਆਪਣਾ ਮਨ ਸਾਡਾ ਸਭ ਤੋਂ ਵੱਡਾ ਵੈਰੀ ਹੈ, ਪਰ ਸੱਚ ਇਹ ਹੈ ਕਿ ਉਹ ਜੋਤ ਸਰੂਪ ਹੈ ਤੇ ਸਾਡਾ ਸਭ ਤੋਂ ਪਿਆਰਾ ਮਿੱਤਰ ਹੈ। ਹੁਣ ਕਿਉਂਕਿ ਅਸੀਂ ਹੁਣ ਪਛਾਣ ਲਿਆ ਕਿ ਸਾਡੇ ਮਨ ਦੀਆਂ ਕੀ ਕੁਆਲਿਟੀਜ਼ ਨੇ, ਉਹ ਕਿੱਥੇ ਵਸਦਾ ਹੈ, ਅਸੀਂ ਅੱਜ ਦੀ ਗੱਲ ਸ਼ੁਰੂ ਕਰਦੇ ਹਾਂ। ਆਪ ਸਾਰਿਆਂ ਵਾਸਤੇ ਅਗਲਾ ਸਵਾਲ ਹੈ ਕਿ ਆਪ ਜੀ ਸਕਰੀਨ ਤੇ ਦੇਖ ਰਹੇ ਹੋ, ਅਸੀਂ ਨਾ ਸਾਰੇ ਨਿਤ ਨਵੀਂ ਜੰਗ ਲੜਦੇ ਹਾਂ। ਅਸੀਂ ਰੋਜ਼ ਆਪਣੀ ਲਾਈਫ ਵਿੱਚ ਕੋਈ ਨਾ ਕੋਈ ਲੜਾਈ ਲੜ ਰਹੇ ਹੁੰਦੇ ਹਾਂ। ਕਦੀ ਲੜਾਈ ਹੁੰਦੀ ਹੈ ਸਵੇਰੇ ਉੱਠਣ ਦੀ, ਕਦੀ ਹੁੰਦੀ ਹੈ ਜੀ ਘਰ ਮੰਮਾ ਨੇ ਘੀਆ ਕਿਉਂ ਬਣਾਤਾ ਮੈਂ ਨਹੀਂ ਖਾਣਾ, ਕਦੀ ਲੜਾਈ ਹੁੰਦੀ ਹੈ ਕਿ ਮੈਂ ਕਿਧਰੇ ਜਾਣਾ ਹੈ ਮੰਮਾ ਪਾਪਾ ਜਾਣ ਨਹੀਂ ਦੇ ਰਹੇ, ਕਦੀ ਲੜਾਈ ਹੁੰਦੀ ਹੈ ਮੈਂ ਪੜ੍ਹਾਂ ਜਾਂ ਮੈਂ ਖੇਡਾਂ। ਸੋ ਹੁਣ ਆਪ ਸਾਰਿਆਂ ਨੇ ਦੱਸਣਾ ਹੈ ਇਹਨਾਂ ਤੋਂ ਇਲਾਵਾ ਅਸੀਂ ਰੋਜ਼ ਆਪਣੀ ਕਿਹੜੀ ਲੜਾਈ ਹੈ ਜੋ ਲੜ ਰਹੇ ਹਾਂ। ਉਹ ਬਾਹਰੀ ਵੀ ਹੋ ਸਕਦੀਆਂ ਨੇ, ਅੰਦਰ ਦੀਆਂ ਵੀ ਹੋ ਸਕਦੀਆਂ ਨੇ, ਕਿਸੇ ਨਾਲ ਵੀ ਹੋ ਸਕਦੀਆਂ ਨੇ। ਤੋ ਆਪ ਜੀ ਵਾਸਤੇ ਸਾਡੀ ਲੜਾਈਆਂ ਕਿਹੜੀਆਂ ਨੇ ਜੋ ਅਸੀਂ ਰੋਜ਼ ਲੜਦੇ ਹਾਂ? ਬੇਨਤੀ ਹੈ ਜੀ ਬੱਚਿਆਂ ਨੂੰ ਸਪੈਸ਼ਲੀ ਕਿ ਬੱਚੇ ਸਾਰੇ ਜ਼ਰੂਰ ਰਿਪਲਾਈ ਕਰਨ। ਵੈਰੀ ਗੁੱਡ। ਮਨ ਨਾਲ, ਬੁਰਾਈ ਨਾਲ, ਸੋਚਣ ਦੀ ਸ਼ਕਤੀ ਨਾਲ। ਵੈਰੀ ਨਾਈਸ, ਵੈਰੀ ਨਾਈਸ। ਨਿਤਨੇਮ ਕਰਾਂ ਜਾਂ ਨਾ ਕਰਾਂ, ਵੈਰੀ ਗੁੱਡ, ਬਹੁਤ ਵੈਲਿਡ ਹੈ। ਸੋਚ ਨਾਲ, ਬਹੁਤ ਵਧੀਆ ਜੀ, ਵੈਰੀ ਨਾਈਸ। ਸੋ ਹੁਣ ਅਸੀਂ ਗੁਰਬਾਣੀ ਚੋਂ ਦੇਖਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਕੀ ਦੱਸਦੇ ਨੇ। ਮਹਾਰਾਜ ਕੀ ਕਹਿੰਦੇ ਨੇ? ਧਨ ਜਿਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਕਿ ਅਸੀਂ ਆਪਣੇ ਮਨ ਵਿੱਚ ਇਹ ਜੁਧ ਕਰਦੇ ਰਹਿਣਾ। ਅਸੀਂ ਰੋਜ਼ ਇਹ ਮਨ ਵਿੱਚ ਲੜਾਈ ਤੇ ਲੜ ਹੀ ਰਹੇ ਹਾਂ, ਆਪਣੇ ਮਨ ਨਾਲ ਜੋ ਹੈ ਲੜਾਈ ਲੜ ਹੀ ਰਹੇ ਹਾਂ। ਹੁਣ ਮਹਾਰਾਜ ਕੀ ਕਹਿੰਦੇ ਨੇ ਕਿ ਉਹ ਜੀ ਧਨ ਹੈ ਜੋ ਕਿ ਚਿੱਤ ਵਿੱਚ ਲੜਾਈ ਤੇ ਲੜ ਰਹੇ, ਨਾਲ ਨਾਲ ਉਹਦਾ ਧਿਆਨ ਕਿੱਥੇ, ਉਹਦੇ ਮੁਖ ਤੇ ਕੀ ਚੱਲ ਰਿਹਾ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਸਾਡਾ ਇੱਥੇ ਮੇਨ ਪੁਆਇੰਟ ਅਸੀਂ ਕੀ ਲੈ ਰਹੇ ਹਾਂ ਕਿ ਮਹਾਰਾਜ ਵੀ ਕਹਿੰਦੇ ਨੇ ਕਿ ਅਸੀਂ ਆਪਣੇ ਮਨ ਨਾਲ ਰੋਜ਼ ਲੜਾਈ ਕਰ ਰਹੇ ਹਾਂ ਤੇ ਕਰਨੀ ਹੈ। ਹੁਣ ਉਹ ਲੜਾਈ ਕਿਸ ਗੱਲ ਦੀ ਹੈ? ਗੁਰੂ ਸਾਹਿਬ ਕੀ ਕਹਿੰਦੇ ਨੇ? ਮਨ ਜੀਤੈ ਜਗ ਜੀਤ। ਕਿ ਸਿਰਫ ਤੁਸੀਂ ਇੱਕ ਮਨ ਨੂੰ ਜਿੱਤ ਲਓ ਤੇ ਤੁਸੀਂ ਮਤਲਬ ਜਿੱਤ ਲਿਆ। ਹੁਣ ਕਿਵੇਂ? ਸਿਰਫ ਮਨ ਨਾਲ ਜਿੱਤ ਕੇ ਸਾਰਾ ਜਗ ਜਿੱਤ ਗਿਆ। ਵਾਓ, ਬਹੁਤ ਈਜ਼ੀ ਹੈ ਨਾ। ਓਕੇ, ਹੁਣ ਆਪ ਸਾਰਿਆਂ ਨੂੰ ਨਾ ਇੱਕ ਪਹੇਲੀ ਹੈ ਦੁਬਾਰਾ ਤੋਂ, ਮਤਲਬ ਇੱਕ ਆਪ ਜੀ ਨੂੰ ਸਿਚੁਏਸ਼ਨ ਦਿੱਤੀ ਜਾ ਰਹੀ ਹੈ। ਉਸ ਤੋਂ ਬਾਅਦ ਸਿਚੁਏਸ਼ਨ ਸਾਰਿਆਂ ਨੇ ਬਹੁਤ ਧਿਆਨ ਨਾਲ ਸੁਣਨੀ ਹੈ। ਸਿਚੁਏਸ਼ਨ ਤੇ ਬੇਸ ਤੇ ਆਪ ਜੀ ਨੂੰ ਕੁਝ ਸਵਾਲ ਦਿੱਤੇ ਜਾਣਗੇ, ਆਪ ਜੀ ਨੇ ਉਹਦਾ ਜਵਾਬ ਦੇਣਾ, ਠੀਕ ਹੈ ਜੀ। ਹੁਣ ਆਪ ਸਾਰੇ ਦੇਖ ਰਹੇ ਹੋ ਇਹ ਇੱਕ ਕਿਲਾ ਹੈ।
ठीक है। ਹੁਣ सिचुएशन ऐदा है कि ਤੁਹਾਡੇ ਸਾਹਮਣੇ ना एक बहुत ही ਵੱਡਾ बहुत ही आलीशान किला हैगा। ਉਹ किले दियां दो दरवाजे दो दीवारां ने, बहुत मोटियां दीवारां ने ਉਹਦੀਆਂ। उस मोटियां दीवारां तो अलावा ਉਹਦੇ आस-पास 3 पासे खाई है, बहुत गहरी खाई है। खाई विच पानी भरिया है कि कोई उस किले तक ना पहुंच सके। ਇੰਨੀ गहरी ਉਹਦੀ खाई है। खाई तो अलावा इस किले दे 2 बहुत ही ਵੱਡੇ ਤੇ ਮਜ਼ਬੂਤ ਦਰਵਾਜ਼ੇ ਨੇ। ਉਹਨਾਂ ਦਰਵਾਜ਼ਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ, ਇੱਕ ਉਹਨਾਂ ਦਰਵਾਜ਼ਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਬੰਦਾ ਬਹੁਤ ਹੀ ਸਟਰੋਂਗ ਖੜਾ ਹੋਇਆ ਹੈ। ਤੁਹਾਡੇ ਤੋਂ ਡਬਲ ਹਾਈਟ, ਡਬਲ ਟ੍ਰਿਪਲ ਸਟਰੈਂਥ ਉਹਦੇ ਕੋਲ। ਉਸ ਦੇ ਨਾਲ ਦੋ ਦਰਬਾਨ ਵੀ ਖੜੇ ਨੇ ਉਹਨਾਂ ਦਰਵਾਜ਼ਿਆਂ ਤੇ। ਹੁਣ ਜੇ ਥੋੜਾ ਜਿਹਾ ਅੰਦਰ ਵੇਖੀਏ ਤੇ ਉਸ ਕਿਲੇ ਦੇ ਬਿਲਕੁਲ ਸੈਂਟਰ ਵਿੱਚ ਇੱਕ ਰਾਜਾ बैठा है। उस किले का राजे ने पूरा कवच पाया हुआ है, एकदम स्ट्रॉन्ग कवच। कवच के ऊपरों हेलमेट भी पाया हुआ है स्ट्रॉन्ग वाला। ਉਹਦੇ ਹੱਥ ਵਿੱਚ तीर कमाते और तीर भी बहुत स्ट्रॉन्ग है कि एक बार किसी ਨੂੰ ਲੱਗ ਜਾਣ ਤੇ ਉਹ ਬਚੇਗਾ ਨਹੀਂ। ਹੁਣ ਕੀ ਹੋਇਆ, ਉਸ ਰਾਜੇ ਦੇ ਉੱਪਰ ਵੀ ਇੱਕ ਉਹਦਾ ਮੰਤਰੀ ਹੈ जो कि बहुत स्ट्रॉन्ग है। ते राजा ਉਹਨੂੰ ਪੁੱਛੇ ਬਿਨਾ ਕੋਈ ਕੰਮ ਨਹੀਂ ਕਰਦਾ। ਉਹ ਮੰਤਰੀ ਰਾਜੇ ਨੂੰ ਪੂਰਾ ਗਾਈਡ ਕਰਦਾ ਹੈ। ਹੁਣ ਇੰਨਾ ਸਟਰੋਂਗ ਪੂਰਾ ਸੈਟਅਪ ਹੈਗਾ ਕਿਲੇ ਦਾ ਤੇ ਤੁਸੀਂ ਉਸ ਕਿਲੇ ਦੇ ਬਾਹਰ ਬਿਲਕੁਲ ਇਕੱਲੇ ਖੜੇ ਹੋ। ਕੋਈ ਨਹੀਂ ਹੈ ਤੁਹਾਡੇ ਕੋਲ, ਕੋਈ ਤੁਹਾਡੇ ਕੋਲ ਕਹਿ ਲਓ ਅਸਲਾ ਨਹੀਂ ਹੈਗਾ, ਕੋਈ ਵੈਪਨਸ ਨਹੀਂ ਹੈਗੇ, ਕੋਈ ਤੁਹਾਡੇ ਨਾਲ ਨਹੀਂ ਖੜਾ, ਤੁਸੀਂ ਇਕੱਲੇ ਖੜੇ ਹੋ ਉੱਥੇ। ਹੁਣ ਤੁਹਾਡਾ एम है इस किले ते जित पानी। हुण सारियां नूं सिचुएशन समझ आई। हुण ਇਹ ਤੇ ਸੀਗੀ सिचुएशन। ਤੁਹਾਡਾ सवाल ਇਹ है कि हुण ਤੁਹਾਡੇ स्टेप वाइज की ਵਿਉਂਤ होएगी कि मैं उस राज्य तक किवें पहुंचा, मैं इस किले नूं किवें जिता। सब तो पहले तुसी की करो, परमात्मा नूं नाल लेके, महाराज हमेशा नाल ने, अरदास करोगे, ठीक है। मंत्री राही पहुंचोगे, मंत्री ते वैसे ही इन्ना वो हैगा कि वो राजे नूं पुठा गाइड करदा है, वो साडा की साथ देगा। अरदास नाल परमात्मा ते भरोसा करके, ठीक है जी, मन नूं स्ट्रॉन्ग करांगे। ओके, सिमरन करांगे, अरदास करांगे, भरोसा, ठीक है जी, पक्का निश्चय करके उसके पिछों दी वार करोगे। गुड गुड, अपने आप पे कॉन्फिडेंस रखना। नाइस। अच्छा हुण एक गल दसो, जदों भी कोई भी जंग हुंदी है कि असी वो जंग कल्ले लड़ सकते हैं? एक बहुत छोटा जिहा एग्जाम्पल, सारियां ने चमकौर दी गढ़ी दी साखी सुनी है। गुरु महाराज भी जदों कोई जंग लड़न जांदे सी ते एक विਉਂਤ बना के जांदे सी। कोई भी जंग होए, सानू सारियां नू पता होएगा कि गुरु हरगोबिंद साहिब जी ने सब तो पहले एक आर्मी इकट्ठी करनी शुरू की सी। आप सारे दे जवाब बहुत अच्छे ने, बहुत प्यारे जवाब ने कि असी डर लवांगे, सब बिल्कुल ठीक है। पर एक गल असी समझिए कि असी कल्ले कदी वो जंग नहीं जित सकते। वेरी नाइस, वेरी नाइस। जिन्हां दा भी जवाब आया है कि असी फौज तैयार करांगे किले अंदर जाण लई, वेरी नाइस जी। सो
थोड़ा जा विचारीए कि ये सिपा दा प्रश्न ਅਸੀਂ ਅੱਗੇ ਚੱਲ ਗਿਆ। ਇਹ ਜੋ ਕਿਲਾ ਹੈ ਨਾ, ਇੱਥੇ ਜਿੱਤ ਹਾਸਲ ਕਰਨ ਲਈ ਸਭ ਤੋਂ ਪਹਿਲੇ ਜ਼ਰੂਰੀ ਹੈ, ਜਿਵੇਂ ਇੱਕ ਬੱਚੇ ਨੇ ਕਿਹਾ ਕਿ ਫੌਜ ਸਾਡੇ ਨਾਲ ਹੋਵੇ, ਸਾਡੇ ਸਾਥੀ ਸਾਡੇ ਨਾਲ ਹੋਣ। ਕੱਲੇ ਇਸ ਕਿਲੇ ਤੇ ਜਿੱਤ ਹਾਸਲ ਕਰਨੀ ਨਾ ਕਿਸੇ ਅਸਲੇ ਦੇ ਨਾਲ, ਸਾਡੇ ਕੋਲ ਕੁਝ ਵੀ ਨਹੀਂ, ਅਸੀਂ ਨਿਹੱਥੇ ਹਾਂ ਨਾ, ਜਿੱਤ ਹਾਸਲ ਕਰਨਾ ਪੋਸੀਬਲ ਨਹੀਂ ਹੈ, ਬਿਲਕੁਲ ਪੋਸੀਬਲ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਇਸ ਤਰ੍ਹਾਂ ਇਹ ਹੋ ਹੀ ਨਹੀਂ ਸਕਦਾ ਕਿ ਮੈਂ ਇਸ ਕਿਲੇ ਤੇ ਜਿੱਤ ਹਾਸਲ ਕਰ ਲਵਾਂ। ਹੁਣ ਪਹਿਲੇ ਜ਼ਰੂਰੀ ਹੈ ਕਿਸੇ ਵੀ ਜੰਗ ਵਿੱਚ ਕਿ ਸਾਡੇ ਕੋਲ ਆਰਮੀ ਹੋਵੇ, ਫੌਜ ਹੋਵੇ। ਆਰਮੀ ਤੋਂ को हमला ਕਰਨ ਤੇ ਅਸੀਂ ਕਿਵੇਂ ਆਪਣਾ ਬਚਾਅ ਕਰਾਂਗੇ, ਅਸੀਂ ਕਿਵੇਂ ਹਮਲਾ ਕਰਾਂਗੇ। ਹੁਣ ਅਸੀਂ ਵਿਚਾਰਨਾ ਹੈ ਕਿ ਅਸੀਂ ਉਹ ਆਰਮੀ ਕਿਵੇਂ, ਕੀ ਆਰਮੀ ਸਾਨੂੰ ਚਾਹੀਦੀ ਹੈ, ਕਿਹੜੇ ਵੈਪਨ ਚਾਹੀਦੇ ਨੇ ਤੇ ਅਸੀਂ ਕਿਵੇਂ ਇਕੱਠਾ ਕਰਾਂਗੇ। ਇਹ ਸਾਡੀ ਵਿਉਂਤ ਹੋਏਗੀ, ਇਹ ਇੱਕ ਸਟ੍ਰੈਟਜੀ ਹੋਏਗੀ। ਅਸੀਂ ਸਾਰੇ ਜਦੋਂ ਐਗਜ਼ਾਮ ਦੇਣ ਵੀ ਜਾਈਦਾ, ਅਸੀਂ ਇੱਕ ਸਟ੍ਰੈਟਜੀ ਬਣਾ ਕੇ ਜਾਈਦਾ ਨਾ ਕਿ ਮੇਰੇ ਕੋਲ ਪੈਨ ਪੈਨਸਿਲ ਸਭ ਕੁਝ ਹੈਗਾ, ਕਿਤੇ ਮੈਂ ਘਰ ਨਾ ਛੋੜ ਜਾਵਾਂ, ਹੈ ਨਾ, ਮੈਂ ਆਪਣੇ ਵੈਪਨਸ ਇਕੱਠੇ ਕਰ ਲਏ। ਫਿਰ ਅਸੀਂ ਆਪਣੀ ਆਰਮੀ ਬਣਾਉਂਦੇ ਆ, ਨੌਲੇਜ ਦੀ ਆਰਮੀ, ਕਿ ਮੈਨੂੰ ਇਹ ਸਾਰੇ ਮੈਂ ਟੌਪਿਕਸ ਕਵਰ ਕਰ ਲੈਣੇ, ਹੈ ਨਾ। तो ਅਸੀਂ ਪਹਿਲੇ ਪੜ੍ਹਾਈ ਕਰਦੇ ਹਾਂ, ਨੌਲੇਜ ਦੀ ਆਰਮੀ ਸਾਡੀ ਬਣੀ। ਫਿਰ ਅਸੀਂ ਅਸਲਾ ਇਕੱਠਾ ਕਰਦੇ ਹਾਂ, ਵੈਪਨਸ ਇਕੱਠੇ ਕਰਦੇ ਹਾਂ ਕਿ ਮੇਰੇ ਕੋਲ ਪੈਨ ਹੋਵੇ, ਪੈਨਸਿਲ ਹੋਵੇ, ਇਰੇਜ਼ਰ ਹੋਵੇ, ਸਭ ਕੁਝ ਹੋਵੇ। ਉਹਦੇ ਬਿਨਾ ਮੈਂ ਸ਼ਾਇਦ ਨਹੀਂ एग्जाम दे सकती। वाहिगुरु जी आवाज नहीं आ रही कि जी? आ रही है जी, आ रही है। कुछ मैसेज आ रहे थे कि शायद आवाज नहीं आ रही है उन्होंने, हो सकता है किसी दिन इतनी प्रॉब्लम होवे जी। आ रही है जी, कृपा जी। हाँ जी सो ਹੁਣ ਅਸੀਂ ਦੇਖਣਾ ਹੈ ਕਿ ਇਹ ਜੋ ਅਸੀਂ ਕਿਲਾ ਦੇਖਿਆ, ਕਿਹੜਾ ਕਿਲਾ ਹੈ, ਅਸੀਂ ਇੱਥੇ ਕਿਵੇਂ ਜੰਗ ਜਿੱਤਣੀ ਹੈ ਤੇ ਜੰਗ ਜਿੱਤਦੀ ਵੀ ਕਿਉਂ ਹੈ। ਗੁਰੂ ਸਾਹਿਬ ਬਾਣੀ ਵਿੱਚ ਫਰਮਾਉਂਦੇ ਨੇ, ਮਹਾਰਾਜ ਕਹਿੰਦੇ ਨੇ ਕਿ ਇਹ ਜੋ ਕਿਲਾ ਹੈ ਇਹ ਕਿਵੇਂ ਜਿੱਤਿਆ ਜਾ ਸਕਦਾ, ਕਿਉਂ ਲੀਜੈ ਗੜ ਬੰਕਾ ਭਾਈ, ਕਿਵੇਂ ਜਿੱਤਿਆ ਜਾ ਸਕਦਾ ਹੈ ਵੱਲ ਇੰਨਾ ਵੱਡਾ ਵਿਸ਼ਾਲ ਕਿਲਾ, ਇੰਨਾ ਪੱਕਾ ਕਿਲਾ। ਹੁਣ ਉਸ ਕਿਲੇ ਵਿੱਚ ਕੀ ਕੀ ਹੈ? ਉਸ ਕਿਲੇ ਵਿੱਚ ਦੋ ਉਹਦੀਆਂ ਦੀਵਾਰਾਂ ਨੇ, ਦੋ ਵੱਡੀਆਂ ਵੱਡੀਆਂ द्वै ਦੀਵਾਰਾਂ ਨੇ, ਦੋ ਦੀਵਾਰਾਂ ਨੇ ਉਹਦੀਆਂ। ਉਹਦੇ ਤਿੰਨ ਪਾਸੇ ਖਾਈ ਹੈ, ਤੇਵਰ ਖਾਈ। ਹੁਣ ਉਹਦੇ ਅੰਦਰ ਜੋ ਰਾਜਾ ਹੈ ਉਹ ਮਦਮਸਤ ਹੋ ਕੇ ਬੈਠਾ ਹੋਇਆ। ਇਹਨੂੰ ਆਪ ਜੀ ਬੇਨਤੀ ਜੀ ਸਾਰੇ ਕਿ ਬਹੁਤ ਹੀ ਧਿਆਨ ਨਾਲ ਅਸੀਂ ਇਹਨੂੰ ਸਮਝੇ ਕਿ ਮਹਾਰਾਜ ਜੀ ਸਾਨੂੰ ਕੀ ਸਮਝਾਉਣਾ ਚਾਹ ਰਹੇ। ਜੋ ਰਾਜਾ ਹੈ ਉਹ ਮਦਮਸਤ ਹੋ ਕੇ ਬੈਠਾ ਹੋਇਆ ਹੈ। ਹੁਣ ਰਾਜਾ ਕੌਣ ਹੈ, ਦੀਵਾਰਾਂ ਕਿਹੜੀਆਂ ਨੇ, ਉਹ ਖਾਈ ਕਿਹੜੀ ਹੈ? ਜੋ ਅੰਦਰ ਰਾਜਾ ਬੈਠਿਆ ਹੈ ਉਹ ਸਾਡਾ ਮਨ। ਇਹ ਜੋ ਅਸੀਂ ਹੁਣ ਦੇਖਿਆ ਨਾ, ਇੰਨਾ ਭਿਆਨਕ, ਇੰਨਾ ਖਤਰਨਾਕ ਜੋ ਅਸੀਂ ਲੜਾਈ ਲੜਨੀ ਹੈ, ਇੰਨਾ ਜੋ ਸਟਰੋਂਗ ਕਿਲਾ ਬਣਿਆ ਹੋਇਆ ਹੈ, ਉਹ ਹੋਰ ਕੋਈ ਨਹੀਂ, ਅਸੀਂ ਖੁਦ ਹੈਗੇ ਆ। ਉਹ ਸਾਡੇ ਅੰਦਰ ਦੇ ਮਹਾਰਾਜ ਨੇ ਉਹ ਬਿਆਨ ਕੀਤਾ ਹੈ ਕਿ ਸਾਡੇ ਅੰਦਰ ਅਸੀਂ ਆਪਣੇ ਮਨ ਨਾਲ ਕਿਵੇਂ ਜੰਗ ਲੜਨੀ ਹੈ, ਉਹ ਮਨ ਕਿਵੇਂ ਪ੍ਰੋਟੈਕਟਡ ਹੈ, ਕਿਉਂ ਉਹ ਸਾਡਾ ਦੁਸ਼ਮਣ ਬਣਿਆ ਹੋਇਆ, ਅਸੀਂ ਕਿਉਂ ਉਹਦੇ ਉੱਪਰ ਜਿੱਤ ਹਾਸਿਲ ਕਰਨੀ ਹੈ।
ਉਹ ਰਾਜਾ ਸਾਡਾ ਮਨ ਹੈ ਜੋ ਮਦਮਸਤ ਹੋ ਕੇ ਬੈਠਾ ਹੈ। ਉਸ ਕਿਲੇ ਦੀਆਂ ਜੋ ਦੀਵਾਰਾਂ ਨੇ ਉਹ ਡੁਅਲਿਟੀ ਦੀਆਂ। ਡੁਅਲਿਟੀ ਕੀ ਹੁੰਦੀ ਹੈ ਕਿ ਅਸੀਂ ਦੋ ਵਿੱਚ ਕਨਫਿਊਜ਼ਡ ਹੋ ਜਾਣਾ। ਜਦੋਂ ਕਈ ਵਾਰ ਸਾਡੇ ਮਨ ਸਵਾਲ ਆਉਂਦਾ ਨਾ ਕਿ ਇਹ ਕਰਾਂ ਜਾਂ ਉਹ ਕਰਾਂ, ਪੜ੍ਹਾਈ ਕਰਾਂ ਜਾਂ ਖੇਲਾਂ, ਪੜ੍ਹਾਈ ਕਰਾਂ ਜਾਂ ਬਾਣੀ ਪੜ੍ਹਾਂ, ਮੰਮਾ ਨਾਲ ਕੰਮ ਕਰਾਵਾਂ ਜਾਂ ਪਾਪਾ ਨਾਲ ਕਰਾਵਾਂ, ਫਰੈਂਡ ਦੀ ਗੱਲ ਮੰਨਾਂ ਜਾਂ ਮੈਮ ਦੀ ਗੱਲ ਮੰਨਾਂ। ਜਦੋਂ ਇਹ ਦੋ ਆਪਸ਼ਨ ਸਾਡੇ ਕੋਲ ਆ ਜਾਂਦੇ ਨਾ, ਡੁਅਲਿਟੀ ਜਦੋਂ ਆ ਜਾਂਦੀ, ਅਸੀਂ ਕਨਫਿਊਜ਼ਨ ਪੈ ਜਾਂਦੇ ਆ। ਉਹ ਹੁੰਦੀ ਹੈ ਦੁਵਿਧਾ, ਉਹਨੂੰ ਅਸੀਂ ਕਹਿੰਦੇ ਆ ਦੁਵਿਧਾ। ਦੁਵਿਧਾ ਮਤਲਬ ਡੁਅਲਿਟੀ ਵਿੱਚ ਅਸੀਂ ਪੈ ਗਏ ਹਾਂ, ਅਸੀਂ ਦੋ ਚੀਜ਼ਾਂ ਵਿੱਚ ਫਸ ਗਏ। ਹੁਣ ਸਾਡੇ ਕਿਲੇ ਨੂੰ, ਸਾਡੇ ਮਨ ਦੇ ਆਸ-ਪਾਸ ਜੋ ਕਿਲਾ ਹੈ, ਉਹਨੂੰ ਸਭ ਤੋਂ ਪਹਿਲੇ ਤੇ ਇਹ ਡੁਅਲਿਟੀ ਦੀ ਦੀਵਾਰ ਪ੍ਰੋਟੈਕਟ ਕਰਦੀ ਹੈ। ਬਹੁਤ ਸਟਰੋਂਗ ਦੀਵਾਰ ਹੁੰਦੀ, ਕਨਫਿਊਜ਼ ਹੀ ਕਰ ਦਿੰਦੀ ਹੈ ਸਾਨੂੰ। ਉਸ ਤੋਂ ਬਾਅਦ ਕੀ ਹੁੰਦਾ, ਤੇਵਰ ਖਾਈ। ਹੁਣ 3 ਗੁਣ ਹੁੰਦੇ ਨੇ, ਇਹ ਸ਼ਾਇਦ ਥੋੜਾ ਡੀਪ ਚਲਾ ਜਾਏਗਾ, ਅਸੀਂ ਉਹਨਾਂ ਹੀ ਸਮਝਾਂਗੇ ਜਿੰਨਾ ਕਿ ਬੱਚਿਆਂ ਤੱਕ ਅਸੀਂ ਮੈਸੇਜ ਪਹੁੰਚਾ ਸਕੀਏ। ਸੋ ਤਿੰਨ ਪਾਸੇ ਖਾਈ ਹੈ, ਉਹਦੇ 3 ਗੁਣਾ ਦੀ ਖਾਈ ਹੈ, ਰਜੋਗੁਣ, ਤਮੋਗੁਣ, ਸਤੋਗੁਣ। ਉਸ ਤੋਂ ਬਾਅਦ ਜੋ ਦਰਵਾਜ਼ੇ ਨੇ, ਜੋ ਉਸ ਕਿਲੇ ਦੇ ਦਰਵਾਜ਼ੇ ਨੇ, ਉਹ ਵੀ ਉਹਦੇ 2 ਦਰਵਾਜ਼ੇ ਨੇ ਔਰ ਉਹ ਵੀ ਕਿੰਨੇ ਸਟਰੋਂਗ ਨੇ। ਹੁਣ ਉਹ ਕਿਹੜੇ ਦਰਵਾਜ਼ੇ ਨੇ? ਉਹ ਪਾਪ ਤੇ ਪੁੰਨ ਦੇ ਦਰਵਾਜ਼ੇ ਨੇ। ਕਿ ਅਸੀਂ ਪਾਪ ਕਰਕੇ ਅੰਦਰ ਜਾਈਏ, ਅਸੀਂ ਪੁੰਨ ਕਰਕੇ ਅੰਦਰ ਜਾਈਏ। ਪਾਪ ਵੱਲੋਂ ਗਏ ਤਾਂ ਵੀ ਫਸਾਂਗੇ, ਪੁੰਨ ਕਰਕੇ ਅਸੀਂ ਅੰਦਰ ਕਿਵੇਂ ਜਾ ਸਕਦੇ ਹਾਂ? ਅਸੀਂ ਪਾਪ ਤੇ ਪੁੰਨ 'ਚ ਹੀ ਫਸ ਕੇ ਰਹਿ ਜਾਈਦਾ। ਜੋ ਉਹਦੇ ਦਰਬਾਨ ਖੜੇ ਨੇ, ਜੋ ਉਹਨੂੰ ਪ੍ਰੋਟੈਕਟ ਕਰ ਰਹੇ ਨੇ, ਉਹ ਕਾਮ, ਸੁਖ ਤੇ ਦੁੱਖ, ਉਸ ਦਰਵਾਜ਼ੇ ਨੂੰ ਇੰਨੇ ਵੱਡੇ ਦਰਬਾਨ ਨੇ ਉਹ ਪ੍ਰੋਟੈਕਟ ਕਰ ਰਹੇ। ਹੁਣ ਮਨ ਚ ਸਾਡਾ ਉੱਪਰ ਦਾ ਮੰਤਰੀ ਪ੍ਰਧਾਨ ਕੌਣ ਹੈ? ਸਾਡਾ ਕ੍ਰੋਧ, ਸਾਡਾ ਗੁੱਸਾ। ਉਹ ਕੀ ਹੈ? ਜਿੰਨੇ ਸਾਡੇ ਮਨ ਤੇ ਕਾਬੂ ਕਰਕੇ, ਜੋ ਸਾਡੇ ਮਨ ਨੂੰ ਗਾਈਡ ਕਰਦਾ ਕਿ ਹੁਣ ਤੁਸੀਂ ਕਿਵੇਂ ਕਰਨਾ ਹੈ। ਕਈ ਵਾਰ ਕੀ ਹੁੰਦਾ ਕਿ ਸਾਨੂੰ ਨਹੀਂ ਪਤਾ ਹੁੰਦਾ, ਅਸੀਂ ਕੀ ਕੁਝ ਬੋਲ ਜਾਈਦਾ, ਸਾਨੂੰ ਨਹੀਂ ਪਤਾ ਹੁੰਦਾ। ਬਾਅਦ ਚੋਂ ਸੋਚੋ ਤੇ ਲੱਗਦਾ ਯਾਰ ਇਹ ਮੈਂ ਕਿਉਂ ਬੋਲ ਦਿੱਤਾ ਹੈ, ਮੈਂ ਕਿਵੇਂ ਬੋਲ ਦਿੱਤਾ, ਨਹੀਂ ਚਾਹੁੰਦਾ ਸੀ, ਪਰ ਸਾਡੇ ਤੋਂ ਕਿੰਨੇ ਬੁਲਵਾ ਦਿੱਤਾ? ਸਾਡੇ ਕ੍ਰੋਧ ਨੇ, ਕਿਉਂਕਿ ਸਾਨੂੰ ਗੁੱਸਾ ਆਇਆ ਸੀ, ਅਸੀਂ ਆਪਣੀ ਮੱਤ ਖੋ ਦਿੰਦੇ ਹਾਂ ਉਸ ਟਾਈਮ। ਮਾੜੀ ਮੱਤ, ਮਾੜੀ ਬੁੱਧੀ, ਜਿਬ ਦੇ ਸਵਾਦ, ਇਹਨਾਂ ਸਾਰਿਆਂ ਦੇ ਆਪਣੇ ਕੋਲ ਪ੍ਰੋਟੈਕਟਿਵ ਗੀਅਰਸ ਤੇ ਵੈਪਨਸ ਰੱਖੇ ਹੋਏ ਨੇ। ਗੁਰੂ ਸਾਹਿਬ ਅੱਗੋਂ ਇਹ ਸਵਾਲ ਕਰਦੇ ਨੇ ਕਿ ਇੰਨੇ ਸਟਰੋਂਗ ਜਾਈ ਬਈ ਇਸ ਤਰ੍ਹਾਂ ਤੇ ਨਹੀਂ ਜਿੱਤਿਆ ਜਾ ਸਕਦਾ। ਹੁਣ ਕਿਵੇਂ ਜਿੱਤਿਆ ਜਾ ਸਕਦਾ? ਗੁਰੂ ਸਾਹਿਬ ਅੱਗੇ ਸਾਨੂੰ ਉਹ ਵੀ ਸਮਝਾਉਂਦੇ ਨੇ। ਸਭ ਤੋਂ ਪਹਿਲੇ ਜਿਵੇਂ ਅਸੀਂ ਪਹਿਲੇ ਗੱਲ ਕੀਤੀ, ਸਾਨੂੰ ਲੋੜ ਹੈ ਆਰਮੀ ਕ੍ਰੀਏਟ ਕਰਨ ਦੀ। ਉਸ ਤੋਂ ਬਾਅਦ ਲੋੜ ਹੈ ਅਸਲਾ ਤਿਆਰ ਕਰਨ ਦੀ। ਹੁਣ ਕਿਵੇਂ? ਅਸੀਂ ਸਾਰਿਆਂ ਨੇ ਸਮਝਿਆ ਕਿ ਦੁਵਿਧਾ ਹੈ ਨਾ, ਅਸੀਂ ਦੁਵਿਧਾ ਵਿੱਚ ਫਸਿਆ। ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਅਸੀਂ ਫਸੇ ਹੋਏ ਹਾਂ। ਅਸੀਂ ਡੁਅਲਿਟੀ ਵਿੱਚ ਫਸੇ ਹਾਂ, ਅਸੀਂ 3 ਗੁਣਾ ਵਿੱਚ ਫਸੇ ਹਾਂ, ਅਸੀਂ 5 ਵਿਕਾਰਾਂ ਵਿੱਚ ਫਸੇ ਹਾਂ, ਅਸੀਂ ਸੁਖ ਦੁੱਖ ਵਿੱਚ ਫਸੇ ਹਾਂ, ਅਸੀਂ ਪਾਪ। ਕਿਵੇਂ? ਜੇ ਅਸੀਂ ਦੁਵਿਧਾ ਦੀ ਗੱਲ ਕਰੀਏ, आप सारे मेरी फोटो दिखाई दे रही है, वीडियो दिखाई दे रही है जी। हुण मैं अपने 2 हत्थां नाल एक एक्शन करांगी। आप सारिਆਂ ने अपने सिर्फ इक्को हत्थ नालों सेम एक्शन करना। मैं आप जी नूं क्लीयर करन वास्ते, सारिਆਂ ने अपने सिर्फ इक्को हत्थ नालों एक्शन करना है ते मैनूं दसना है कि आप जी वो एक्शन कर पा रहे हो या नहीं। ठीक है,
ਤੁਸੀਂ ਧਿਆਨ ਨਾਲ ਦੇਖਣਾ ਉਹ ਐਕਸ਼ਨ ਕੀ ਹੈ। एक्शन करो जी सारे। आप जी ने सिर्फ एक को हाथ नाल करना है। दूसरा एक्शन, आप जी कर पा रहे हो? नहीं, क्यों? ऐसी क्यों नहीं है एक्शन कर पा रहे? ऐसी क्यों नहीं है एक्शन कर पा रहे? ड्यू टू वन हैंड। वेरी गुड, वेरी गुड। हुण सिचुएशन की हुई कि तुहाडे सामने वाला ते दो एक्शंस ने, दो अलग अलग एक्शंस ने ना, तुसी जिन्नू देख के करना है वो दो एक्शंस ने और वो अलग अलग एक्शंस ने। ਅਸੀਂ ਕਿਵੇਂ ਇੱਕ ਹੱਥ ਨਾਲ ਦੋ ਚੀਜ਼ਾਂ ਤੇ ਕਨਸੈਂਟਰੇਟ ਕਰ ਸਕਦੇ ਹਾਂ। ਹੁੰਦਾ ਨਾ ਕਿ ਅਸੀਂ ਦੋ ਕਿਸ਼ਤੀਆਂ ਵਿੱਚ ਸਵਾਰ ਹੈਗੇ ਆ ਤੇ ਅਸੀਂ ਕਿਤੇ ਨਹੀਂ ਪਹੁੰਚ ਸਕਦੇ। ਤੇ ਸਾਡੇ ਸਾਹਮਣੇ ਵੀ ਕੀ ਹੋਣਾ ਚਾਹੀਦਾ ਸੀ? ਕੇਵਲ ਇੱਕੋ ਐਕਸ਼ਨ। ਜੇ ਅਸੀਂ ਇੱਕ ਹੈਗੇ ਆ ਤੇ ਸਾਨੂੰ ਇੱਕ ਐਕਸ਼ਨ ਕਰਨ ਵਾਸਤੇ ਸਾਡੇ ਸਾਹਮਣੇ ਵੀ ਇੱਕੋ ਹੋਣਾ ਚਾਹੀਦਾ ਸੀ। ਭਾਵ ਕਿ ਸਾਨੂੰ ਆਪਣਾ ਮਨ ਕਨਸੈਂਟਰੇਟ ਕਰਨ ਵਾਸਤੇ ਦੋ ਚੀਜ਼ਾਂ ਜਦੋਂ ਹੋਣਗੀਆਂ ਅਸੀਂ ਕਨਸੈਂਟਰੇਟ ਨਹੀਂ ਕਰ ਪਾਵਾਂਗੇ। ਅਸੀਂ ਗੱਲ ਕਰਦੇ ਹਾਂ, ਅਸੀਂ ਵਰਡ ਯੂਜ਼ ਕਰਦੇ ਹਾਂ ਨਾ, ਮਨ ਇਕਾਗਰ ਕਰਨਾ ਹੈ। ਮਨ ਇਕਾਗਰ ਭਾਵ ਕਿ ਅਸੀਂ ਇੱਕ ਚੀਜ਼ ਤੇ ਕਨਸੈਂਟਰੇਟ ਕਰਨਾ ਹੈ। ਇੱਕ ਚੀਜ਼ ਤੇ ਕਨਸੈਂਟਰੇਟ ਅਸੀਂ ਤਾਂ ਹੀ ਕਰ ਪਾਵਾਂਗੇ ਜਦੋਂ ਸਾਡੇ ਸਾਹਮਣੇ ਇੱਕ ਹੋਏਗਾ। ਇਸੇ ਤਰ੍ਹਾਂ ਜਦੋਂ ਅਸੀਂ ਦੋ ਚੀਜ਼ਾਂ ਵਿੱਚ ਫਸੇ ਹੋਵਾਂਗੇ ਤੇ ਅਸੀਂ ਇੱਕ ਤੇ ਕਨਸੈਂਟਰੇਟ ਨਹੀਂ ਕਰ ਪਾਵਾਂਗੇ, ਅਸੀਂ ਹਮੇਸ਼ਾ ਕਨਫਿਊਜ਼ ਰਵਾਂਗੇ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਭ ਕੋਲੋਂ ਤੋੜਨ ਵਾਸਤੇ, ਇਹ ਡੁਅਲਿਟੀ ਤੋਂ ਤੋੜਨ ਵਾਸਤੇ ਸਾਨੂੰ ਇੱਕ ਦਾ ਨਾਮ ਬਖਸ਼ਿਆ ਕਿ ਅਸੀਂ ਸਿਰਫ ਇੱਕ ਨਾਲ ਜੁੜਨਾ ਹੈ, ਤਾਂ ਕਿ ਜਦੋਂ ਸਾਡੇ ਸਾਹਮਣੇ ਇੱਕ ਹੋਏਗਾ ਤੇ ਅਸੀਂ ਉਸ ਇੱਕ ਨਾਲ ਇੱਕ ਹੋ ਸਕਾਂਗੇ। ਸਾਡੇ ਸਭ ਦੀ ਲਾਈਫ ਦਾ ਇਹੀ ਏਮ ਹੈ ਨਾ ਕਿ ਅਸੀਂ ਆਪਣੇ ਮਨ ਨੂੰ, ਅਸੀਂ ਜੋ ਜੋਤ ਸਾਡੇ ਅੰਦਰ ਹੈ ਉਹ ਅਸੀਂ ਇੱਕ ਪਰਮਾਤਮਾ ਦੀ ਜੋਤ ਨਾਲ ਜੋੜਨੀ ਹੈ। ਜਦੋਂ ਅਸੀਂ ਸਾਨੂੰ ਇਹੀ ਨਹੀਂ ਪਤਾ ਹੋਏਗਾ ਕਿ ਪਰਮਾਤਮਾ ਇੱਕ ਕੀ ਹੈ, ਉਹ ਇੱਕੋ ਹੈ, ਉਹ ਦੋ ਤਿੰਨ ਨਹੀਂ ਨੇ, ਉਹ ਇੱਕੋ ਹੈ। ਜਦੋਂ ਸਾਡੇ ਸਾਹਮਣੇ ਇੱਕ ਹੋਏਗਾ ਕੇਵਲ ਤੇ ਕੇਵਲ ਅਸੀਂ ਤਾਂ ਹੀ ਆਪਣਾ ਮਨ ਇਕਾਗਰ ਕਰ ਸਕਾਂਗੇ। ਅਸੀਂ ਅੱਗੇ ਵਧਦੇ ਹਾਂ ਜੀ। ਇਹ ਹੈਗੀ ਸਾਡੀ ਦੁਵਿਧਾ ਦੀ ਲੜਾਈ ਕਿ ਅਸੀਂ ਕਿਵੇਂ ਡੁਅਲਿਟੀ ਤੋਂ ਬਚਣਾ ਹੈ। ਜਿੱਥੇ ਡਬਲ, ਜਿੱਥੇ ਕਨਫਿਊਜ਼ਨ ਆ ਗਈ, ਜਿੱਥੇ ਦੁਵਿਧਾ ਆ ਗਈ, ਅਸੀਂ ਉੱਥੇ ਫਸ ਜਾਵਾਂਗੇ। ਤਿੰਨ ਗੁਣ ਹੈਗੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਪੰਜ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਸਭ ਨੇ ਸਾਡੇ ਮਨ ਤੇ ਕਬਜ਼ਾ ਕਰਕੇ ਰੱਖੀ। ਸਾਡੇ ਮਨ ਨੂੰ ਪ੍ਰੋਟੈਕਟ ਕਰ ਰਹੇ ਨੇ ਕਿ ਇਹ ਸਾਨੂੰ ਸਾਡੇ ਮਨ ਤੱਕ ਤੇ ਪਹੁੰਚਣ ਹੀ ਨਹੀਂ ਦਿੰਦੇ। ਅਸੀਂ ਗੱਲ ਕਰਦੇ ਹਾਂ ਸੁੱਖ ਤੇ ਦੁੱਖ ਦੀ। ਜਦੋਂ ਅਸੀਂ ਸਾਰੇ ਬਹੁਤ ਖੁਸ਼ ਹੁੰਦੇ ਆ, ਜਦੋਂ ਮੰਨੋ ਅਸੀਂ ਸਮਝੋ ਕਲਾਸ 'ਚ ਫਸਟ ਆ ਗਏ, ਅਸੀਂ ਟੌਪ ਕੀਤਾ ਪੂਰੇ ਸਕੂਲ 'ਚ, ਪੂਰੇ ਪਿੰਡ 'ਚ, ਪੂਰੀ ਯੂਨੀਵਰਸਿਟੀ 'ਚ ਅਸੀਂ ਟੌਪ ਕੀਤਾ, ਕਿੰਨੀ ਖੁਸ਼ੀ ਮਿਲਦੀ ਹੈ ਉਸ ਟਾਈਮ ਤੇ। ਫਿਰ ਅਸੀਂ ਇੰਨੇ ਖੁਸ਼ ਹੋ ਜਾਈਦਾ ਹੈ ਕਿ ਅਸੀਂ ਉਸ ਪਰਮਾਤਮਾ ਨੂੰ ਭੁੱਲ ਕੇ ਕੇਵਲ ਉਸ ਖੁਸ਼ੀ ਵਿੱਚ ਹੀ ਵਸ ਜਾਈਦਾ। ਫਿਰ ਅਸੀਂ ਭੁੱਲ ਜਾਂਦੇ ਹਾਂ ਕਿ ਪਰਮਾਤਮਾ ਨੇ ਸਾਨੂੰ ਇਹ ਸੁੱਖ ਦਿੱਤਾ ਹੈ, ਖੁਸ਼ੀ ਦਿੱਤੀ ਹੈ। ਅਸੀਂ ਕੀ ਕਹਿੰਦੇ ਹਾਂ, ਯੇ ਆਈ ਐਮ ਵੈਰੀ ਹੈਪੀ, ਚਲੋ ਪਾਰਟੀ ਕਰਦੇ ਹਾਂ। ਸੋ ਉਸ ਵੇਲੇ ਉਹ ਸੁੱਖ ਵੀ ਸਾਡੇ ਵਾਸਤੇ ਦੁੱਖ ਹੈ, ਕਿਉਂਕਿ ਉਹਨੇ ਸਾਨੂੰ ਪਰਮਾਤਮਾ ਤੋਂ ਤੋੜ ਦਿੱਤਾ। ਇਸੇ ਤਰ੍ਹਾਂ ਜਦੋਂ ਸਾਨੂੰ ਦੁੱਖ ਹੁੰਦਾ ਹੈ ਤੇ ਅਸੀਂ ਕੀ ਕਰਦੇ ਹਾਂ, ਅਸੀਂ ਪਰਮਾਤਮਾ ਤੇ ਬਲੇਮ ਪਾਉਂਦੇ ਹਾਂ ਨਾ, ਵਾਹਿਗੁਰੂ ਜੀ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਕੀਤਾ ਤੁਸੀਂ।
ਉਹ ਤੇ ਦੇਖੋ ਥੋੜਾ ਜਿਹਾ ਪੜ੍ਹਦੀ ਉਹਦੇ ਫਿਰ ਇੰਨੇ ਅੱਛੇ ਮਾਰਕਸ ਆ ਗਏ, ਮੇਰੇ ਇਸ ਵਾਰ ਫਿਟ ਨਹੀਂ ਆਇਆ। ਮੈਂ ਤੇ ਕਿੰਨਾ ਪੜ੍ਹੀ ਸੀ, ਮੈਂ ਤੇ ਪਾਠ ਵੀ ਕੀਤਾ ਸੀ, ਮੈਂ ਨਿਤਨੇਮ ਵੀ ਕੀਤਾ, ਮੈਂ ਸਹਿਜ ਪਾਠ ਵੀ ਕੀਤਾ, ਫਿਰ ਵੀ ਮੇਰੇ ਮਾਰਕਸ ਨਹੀਂ ਆਏ। ਤੁਸੀਂ ਗਲਤ ਕਰ ਰਹੇ ਹੋ ਮੇਰੇ ਨਾਲ। ਜਦੋਂ ਦੁੱਖ ਆਇਆ ਤੇ ਅਸੀਂ ਤਾਂ ਵੀ ਪਰਮਾਤਮਾ ਤੇ ਬਲੇਮ ਪਾਣਾ ਸ਼ੁਰੂ ਕਰ ਦਿੱਤਾ। ਹੁਣ ਅਸੀਂ ਸੁੱਖ ਤੇ ਦੁੱਖ ਵਿੱਚ ਐਸੇ ਫਸ ਗਏ, ਖੁਸ਼ੀ ਹੋ ਜਾਏ ਤਾਂ ਵੀ ਪਰਮਾਤਮਾ ਭੁੱਲ ਗਏ, ਦੁੱਖ ਹੋ ਜਾਏ ਤਾਂ ਵੀ ਪਰਮਾਤਮਾ ਭੁੱਲ ਗਏ। ਪਰਮਾਤਮਾ ਨੂੰ ਲੱਭਾਂਗੇ ਕਦੋਂ? ਫਿਰ ਗੱਲ ਆਉਂਦੀ ਹੈ ਪਾਪ ਤੇ ਪੁੰਨ ਦੀ। ਅਸੀਂ ਇਹੀ ਸੋਚਦੇ ਰਹਿ ਜਾਂਦੇ ਆ ਕਿ ਇਹ ਕੰਮ ਕਰਨ ਨਾਲ ਪਾਪ ਲੱਗੇਗਾ, ਇਹ ਕੰਮ ਕਰਨ ਨਾਲ ਪੁੰਨ ਮਿਲੇਗਾ। ਅਗਰ ਕੁਝ ਗਲਤੀ ਹੋ ਗਈ, ਹਾਏ ਮੈਨੂੰ ਪਾਪ ਲੱਗ ਗਿਆ, ਕੁਝ ਅੱਛਾ ਕੰਮ ਕਰ ਦਿੱਤਾ, ਹੁਣ ਤੇ ਮੇਰਾ ਪੁੰਨ ਵੱਧ ਜਾਏਗਾ। ਇਹਨਾਂ ਸਭ ਵਿੱਚ ਅਸੀਂ ਇਹ ਭੁੱਲ ਜਾਂਦੇ ਆ ਕਿ ਗੁਰੂ ਸਾਹਿਬ ਨੇ ਸਾਨੂੰ ਪਾਪ ਪੁੰਨ ਤੋਂ ਉੱਪਰ ਉੱਠ ਕੇ ਆਪਣਾ ਨਾਮ ਬਖਸ਼ਿਆ ਹੈ, ਆਪਣਾ ਨਾਮ ਦਿੱਤਾ ਹੈ ਕਿ ਬੇਟਾ ਨਾਮ ਜਪੋ, ਪਾਪ ਪੁੰਨ ਦੇ ਚੱਕਰਾਂ ਵਿੱਚ ਨਾ ਪਓ। ਜੋ ਵੀ ਐਕਸ਼ਨਸ ਹੋਏ, ਅਸੀਂ ਸਾਰਿਆਂ ਨੇ ਜ਼ਿੰਦਗੀ ਵਿੱਚ ਗਲਤੀ ਕਰਨੀ ਹੀ ਹੈ। ਇਨਸਾਨ ਹਾਂ, ਅਸੀਂ ਗਲਤੀਆਂ ਦੇ ਪੁਤਲੇ ਹਾਂ। ਇੱਕ ਅਕਾਲ ਪੁਰਖ ਹੀ ਨੇ ਜੋ ਕਿ ਗਲਤੀਆਂ ਨਹੀਂ ਕਰਦੇ। ਸੋ ਅਸੀਂ ਇਹ ਸਭ ਦਾ ਅਕਾਊਂਟ ਮਹਾਰਾਜ ਤੇ ਛੱਡੇ ਕਿ ਅਸੀਂ ਕਿੰਨੇ ਪਾਪ ਕੀਤੇ, ਕਿੰਨੇ ਪੁੰਨ ਕੀਤੇ। ਅਸੀਂ ਆਪਣੇ ਵੱਲੋਂ ਕੀ ਧਿਆਨ ਦੇਣਾ ਹੈ ਕਿ ਅਸੀਂ ਉਸ ਇੱਕ ਨਾਲ ਜੁੜ ਸਕੀਏ, ਉਹਦੇ ਨਾਮ ਨਾਲ ਜੁੜ ਸਕੀਏ। ਹੁਣ ਜਦੋਂ ਅਸੀਂ ਇਹਨਾਂ ਸਾਰੇ ਪ੍ਰੋਬਲਮਸ ਨੂੰ ਸਮਝ ਲਿਆ, ਹੁਣ ਦੁਵਿਧਾ ਦੀ ਦੀਵਾਰ, 3 ਗੁਣਾ ਦੀ ਖਾਈ, 5 ਵਿਕਾਰ ਉਹਦੇ ਕਹਿ ਲੋ ਦਰਬਾਨ ਬਣੇ ਹੋਏ ਨੇ, ਸੁੱਖ ਦੁੱਖ ਉਹਦੇ 2 ਦਰਵਾਜ਼ੇ ਨੇ, ਸੁੱਖ ਦੁੱਖ ਉਹਦੇ ਪਹਿਰੇਦਾਰ ਨੇ, ਪਾਪ ਪੁੰਨ ਦੇ ਦਰਵਾਜ਼ੇ ਨੇ। ਹੁਣ ਸਾਡੇ ਵਾਸਤੇ ਪਹਿਲਾ ਏਮ ਕੀ ਸੀ ਕਿ ਅਸੀਂ ਆਰਮੀ ਤਿਆਰ ਕਰਨੀ ਹੈ ਤੇ ਅਸੀਂ ਅਸਲਾ ਤਿਆਰ ਕਰਨਾ ਸੀ, ਵੈਪਨਸ ਤਿਆਰ ਕਰਨੇ। ਹੁਣ ਵੈਪਨ ਕਿਵੇਂ ਤਿਆਰ ਕਰਾਂਗੇ? ਗੁਰੂ ਮਹਾਰਾਜ ਕਹਿੰਦੇ ਨੇ ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਨਾਲ, ਗੁਰਬਾਣੀ ਕੀ ਹੈ? ਇਸ ਜਗ ਵਿੱਚ, ਇਸ ਹਨੇਰੇ ਜਗ ਵਿੱਚ ਇੱਕ ਚਾਨਣ ਦੀ ਤਰ੍ਹਾਂ ਹੈ, ਇੱਕ ਲਾਈਟ ਹੈ ਸਾਡੇ ਵਾਸਤੇ। ਉਹ ਲਾਈਟ ਜਦੋਂ ਸਾਡੇ ਅੰਦਰ ਜਲਦੀ ਹੈ ਤੇ ਸਾਡੇ ਕੋਲ ਵੈਪਨਸ ਤਿਆਰ ਹੋਣੇ ਸ਼ੁਰੂ ਹੁੰਦੇ ਨੇ, ਸਾਡੇ ਕੋਲ ਅਸਲਾ ਤਿਆਰ ਹੋਣਾ ਸ਼ੁਰੂ ਹੁੰਦਾ ਹੈ। ਕਿਵੇਂ? ਅਸੀਂ ਅੱਗੇ ਸਮਝਾਂਗੇ। ਅੱਗੇ ਮਹਾਰਾਜ ਕਹਿੰਦੇ ਨੇ, ਮੇਰੇ ਮਾਤੋ ਜੀ ਸਤ ਸੰਗਤ ਮਿਲੇ ਤਾਂ ਤਰਿਆ, ਕਿ ਉਸ ਅਕਾਲ ਪੁਰਖ ਜੀ ਦੀ ਸੰਗਤ ਨਾਲ ਮਿਲ ਕੇ, ਸਤ ਸੰਗਤ ਨਾਲ ਜੁੜ ਕੇ ਮੈਂ ਇਸ ਸੰਸਾਰ ਸਾਗਰ ਤੋਂ ਪਾਰ ਤਰ ਗਿਆ। ਮਤਲਬ ਕਿ ਮੈਂ ਬਚ ਗਿਆ, ਮੈਂ ਡੁੱਬਿਆ ਨਹੀਂ। ਹੁਣ ਸੰਗਤ ਤੇ ਗੁਰਬਾਣੀ ਨਾਲ ਕੀ ਹੋਏਗਾ? ਸਾਡੇ ਅੰਦਰ ਕਿਵੇਂ ਉਹ ਅਸਲਾ ਤਿਆਰ ਹੋਏਗਾ, ਸਾਡੇ ਕੋਲੋਂ ਕਿਵੇਂ ਵੈਪਨ ਜਾਣਗੇ ਤੇ ਸਾਡੇ ਕੋਲ ਕਿਵੇਂ ਇੱਕ ਆਰਮੀ ਤਿਆਰ ਹੋ ਜਾਏਗੀ। ਹੁਣ ਇੱਥੇ ਥੋੜੀ ਜਿਹੀ ਸਮਝਣ ਯੋਗ ਗੱਲ ਆਉਂਦੀ ਹੈ। ਕੀ ਹੁੰਦਾ ਹੈ ਕਿ ਜਦੋਂ ਅਸੀਂ ਕੁਝ ਸੁਣਦੇ ਹਾਂ ਤੇ ਉਹ ਸਾਡੇ ਅੰਦਰ ਜਾਂਦਾ, ਸਾਡੇ ਕੰਨਾਂ ਤੋਂ। ਹੁਣ ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਗੁਰਬਾਣੀ ਸੁਣਾਂਗੇ ਤੇ ਉਹ ਸਾਡੇ ਅੰਦਰ ਜਾਏਗੀ, ਹੈ ਨਾ? ਪਰ ਗੱਲ ਇਹ ਆਉਂਦੀ ਹੈ ਕਿ ਸੁਣਨ ਤੋਂ ਬਾਅਦ ਮੰਨਣਾ ਵੀ ਜ਼ਰੂਰੀ ਹੈ। ਛੋਟਾ ਜਿਹਾ ਐਗਜ਼ਾਮਪਲ, ਜਦੋਂ ਸਾਡੇ ਮੰਮਾ ਸਾਨੂੰ ਕਹਿੰਦੇ ਨੇ ਕਿ ਬੇਟਾ ਇਹ ਕੰਮ ਕਰ ਦਿਓ, ਅਸੀਂ ਆਪਣੇ ਫੋਨ ਵਿੱਚ ਮਸਤ ਹੁੰਦੇ ਹਾਂ ਨਾ, ਅਸੀਂ ਸਾਰੇ ਹੁੰਦੇ ਹਾਂ ਆਪਣੇ ਫੋਨ 'ਚ ਲੱਗੇ ਹੁੰਦੇ ਹਾਂ, ਕਹਿੰਦੇ ਹਾਂਜੀ ਹਾਂਜੀ ਕਰ ਰਹੀ ਹਾਂ, ਅਸੀਂ ਫਿਰ ਫੋਨ 'ਚ ਲੱਗ ਗਏ ਕਹਿ ਕੇ, ਸਾਡੇ ਮਨੋਂ ਵੀ ਸਰ ਗਿਆ, ਅਸੀਂ ਭੁੱਲ ਗਏ ਮੰਮਾ ਨੇ ਕੀ ਕਿਹਾ। ਮੰਮਾ ਦੀ ਫਿਰ ਥੋੜੀ ਦੇਰ ਬਾਅਦ ਆਵਾਜ਼ ਆਉਂਦੀ ਹੈ, ਬੱਚੇ ਕੰਮ ਕੀਤਾ ਜਾਂ ਨਹੀਂ ਕੀਤਾ? ਹਾਂ ਮੰਮਾ ਕਰ ਰਹੀ ਹਾਂ, 2 ਮਿੰਟ ਰੁਕੋ, 2 ਮਿੰਟ ਰੁਕੋ। ਮੰਮਾ ਨੇ ਤੀਜੀ ਵਾਰੀ ਆਵਾਜ਼ ਦਿੱਤੀ,
एंड फिर मम्मा आके कहंदे ने तू सुनिया ही नहीं सुनिया। हुण असी सुनिया ते सी, सानू पता है मम्मा ने की किया सी, पर असी ओनू मन्निया नहीं। ते मम्मा ने आगे सानू पूछया कि तुसी सुनिया कि नहीं सुनिया, क्योंकि जदों तक तुसी मन्निया नहीं तां तक तुसी सुनिया भी नहीं। जे सिर्फ सुन के रख दिता ते उस सुनन दा फायदा नहीं जदों तक असी मनदे नहीं होंगे। सिमिलरली असी जदों गुरबाणी पढ़ते हाँ सुनते हाँ, जदों तक असी उस गुरबाणी नू मन्निया नहीं, जदों तक असी अकाल पुरख दे उस शब्द नू मन्निया नहीं तां तक असी सुनिया भी नहीं। हुण जदों असी सुन के वो मन लवांगे, फॉर एग्जाम्पल असी सारियां ने अगर एक दिन क्लास विच सुनिया कि सानू सारियां नू अपनी पढ़ाई अच्छी तरह करनी चाहिए, असी सुन के लिख लिया, मार्क्स ले, असी राइट आंसर दे दिता, पर जदों तक असी असल विच पढ़ांगे नहीं, फिर लाइफ विच समझ के नहीं पढ़ांगे कि साडा उस क्लास अटेंड कीती सफली हुई। तो सुन के मनना है। हुण मनन नाल की होएगा, सानू ज्ञान मिलेगा, सानू नॉलेज मिलेगी, सिर्फ सुन के नॉलेज नहीं मिलती। मैं अगर आप जी नू कहां कि आप जी कोल एक मैं कपड़ा लेके आनी हाँ, मैं कहनी इनू टच करके देखो कितना प्यारा है, तुसी देख के कह देंदे हो हाँ जी ठीक है प्यारा है, कहनी नहीं टच करो, तुसी कहंदे हो नहीं 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 मैं नहीं करना, देख ले हाँ बहुत प्यारा। की होया, मैं एक होर बंदे कोल गई, मैं उन्होंने कहा कि तुसी इनू टच करके देखो कितना प्यारा है, उन्हें कहा हाँ जी मैं हुणे करदा, उन्हें टच किया और कपड़ा इन्ना मुलायम सी, ओदे ते हथ लांदे इस तरह लग रहा सी जिवें मैं किसी पानी विच हथ पा लिया हो, इन्ना मुलायम। हुण दोनों नू सवाल किया गया कि जी कपड़े नू बयान करो किवें सी, जिन्ने नहीं हथ लाया वो ते की कहेगा अच्छा सी, रंगीन, देखण विच थोड़ा कह लो कि चमकदार लग रहा सी, अच्छा सी कपड़ा। हुण जदों दूसरे नू पुछांगे आया सी, ओनू किन्ने डिटेल विच समझ पाएगा कि वो कपड़ा किवें सी, ओदी डिटेल समझा देगा जी इस चीज दा कपड़ा ओनू हथ लांदिया लग रहा सी जिवें पानी च हथ पा लिया। हुण दोनों नू जे कंपेयर करिए ते असल विच ज्ञान किदे कोल होया, पहले वाले कोल जिन्हें हाथ नहीं लाया या दूजे वाले कोल जिन्हें हाथ लाया, ज्ञान किनू मिलिया असल विच? सेकंड दूजे वाले में, एब्सोल्युटली। तो जदों तक असी मनांगे नहीं तां तक सानू ज्ञान नहीं मिलेगा, जदों मन लिया फिर की मिलेगा सानू ज्ञान। जब ज्ञान मिलिया, जदों पता लग्या कि कपड़ा इन्ना मुलायम है, फिर सानू उस कपड़े नाल प्यार पै जाएगा कि ये कपड़ा ते सचमुच बहुत प्यारा है। मैं आप देखे, मैं आप समझे ये कपड़ा कितना प्यारा है, ते मैनू उहदे नाल प्यार हो जाएगा, मैनू कपड़ा इन्ना प्यारा लगना शुरू हो जाएगा कि मेरा मन चाहेगा बस मैं हर वेले ओनू टच करके रखा, हर वेले वो मेरे कोल रहे। हुण इसे तरह जदों असी संगत विच जुड़ के अकाल पुरख जी दा नाम, उन्हां दी बाणी सुनांगे, ओनू समझांगे, फिर की होएगा, सानू ज्ञान मिलेगा, सानू परमात्मा दा ज्ञान मिलेगा, सानू परमात्मा दी नॉलेज मिलेगी, ते फिर सानू परमात्मा नाल प्यार पएगा। देखो सिर्फ प्रेम पाण वास्ते ही इतने सारे स्टेप्स होंदे ने, है ना। ते महाराज की कहंदे ने जिन प्रेम कियो तिन ही प्रभु पाए, प्रेम करन नाल ही प्रभु मिल सकता है। तो प्रेम करना बहुत जरूरी है। हुण जदों प्रेम पिया, उस प्रेम नाल एक एलिमेंट साडे अंदर पैदा हुंदा है जिन्हों ब्रह्म अगन कहा जाता है। उस एक दी अग, उस एक दी फायर। हुण जे आप सारे नूं मैं पुछां ते अग्नि दा
ਅਗਨ ਦੀ ਕੀ ਕੈਰੈਕਟਰਿਸਟਿਕ ਹੁੰਦੀ, ਉਹ ਕੀ ਕਰਦੀ ਹੈ। ਜੇ ਕਹੋ ਕਿ ਬਹੁਤ ਸਾਰੀ ਅੱਗ ਲੱਗ ਗਈ ਕਿਧਰੇ, ਬਹੁਤ ਵੱਡੀ ਅੱਗ ਲੱਗ ਗਈ, ਉਹ ਕੀ ਕਰੇਗੀ, जला देगी। वेरी नाइस, बहुत अच्छे। ਇਹ ਅਗਨੀ ਦਾ ਇਹ ਇੱਕ ਨੇਚਰ ਹੈ। ਅਗਨੀ ਕੀ ਕਰਦੀ ਹੈ, ਉਹ ਸਾਰਿਆਂ ਨੂੰ ਜਲਾ ਦਿੰਦੀ ਹੈ, ਸਭ ਕੁਝ ਜਲਾ ਦਿੰਦੀ ਹੈ। ਹੁਣ ਕੀ ਹੋਏਗਾ, ਜਦੋਂ ਬ੍ਰਹਮ ਅਗਨ ਸਾਡੇ ਅੰਦਰ ਪੈਦਾ ਹੋਏਗੀ, ਉਹ ਬ੍ਰਹਮ ਅਗਨ ਸਾਡੇ ਅੰਦਰ ਦੇ ਸਾਰੇ ਵਿਕਾਰਾਂ ਨੂੰ ਜਲਾ ਦੇਗੀ। ਉਹ ਬ੍ਰਹਮ ਅਗਨ ਸਾਡੇ ਅੰਦਰ ਦੀ ਸਾਰੀ ਦੁਵਿਧਾ, 3 ਗੁਣ, ਸੁਖ ਦੁੱਖ, ਪਾਪ ਪੁੰਨ, 5 ਵਿਕਾਰ, ਸਭ ਨੂੰ ਜਲਾ ਦੇਗੀ। ਪਰ ਉਹਦੇ ਵਾਸਤੇ ਸਾਨੂੰ ਉਸ ਬ੍ਰਹਮ ਅਗਨ ਤੱਕ ਪਹੁੰਚਣਾ ਜ਼ਰੂਰੀ ਹੈ, ਜਿਹਦੇ ਵਿੱਚ ਸਾਨੂੰ ਸੁਣਨਾ ਪਏਗਾ, ਮੰਨਣਾ ਪਏਗਾ, ਗਿਆਨ ਮਿਲੇਗਾ, ਪ੍ਰੇਮ ਪੈਦਾ ਹੋਏਗਾ, ਫਿਰ ਬ੍ਰਹਮ ਅਗਨ ਆਏਗੀ। ਹੁਣ ਮਹਾਰਾਜ ਕੀ ਕਹਿੰਦੇ ਨੇ ਕਿ ਜਦੋਂ ਬ੍ਰਹਮ ਅਗਨ ਸਾਡੇ ਅੰਦਰ ਆਈ ਤੇ ਕੀ ਹੋਇਆ, ਮਹਾਰਾਜ ਕਹਿੰਦੇ ਨੇ ਪ੍ਰੇਮ ਪਲੀਤਾ ਸੁਰਤ ਹਵਾਈ, ਬੋਲਾ ਗਿਆਨ ਚਲਾਇਆ। ਕਿ ਜਦੋਂ ਮੈਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜੀ, ਜਦੋਂ ਮੈਨੂੰ ਉਸ ਅਕਾਲ ਪੁਰਖ ਜੀ ਦੀ ਮੱਤ ਆਈ, ਜਦੋਂ ਮੈਂ ਮਤਲਬ ਕਿ ਉਹਨਾਂ ਨੂੰ ਸੁਣਿਆ ਤੇ ਮੰਨਿਆ, ਫਿਰ ਕੀ, ਜਦੋਂ ਮੇਰੇ ਅੰਦਰ ਸਮਝ ਆਈ, ਸੋਝੀ ਆਈ, ਮੈਨੂੰ ਸੁਰਤ ਜਿਹੜੀ ਆਈ, ਉਹ ਸੁਰਤ ਨੂੰ ਮੈਂ ਕੀ ਬਣਾਇਆ, ਆਪਣਾ ਹਥਿਆਰ, ਆਪਣਾ ਵੈਪਨ। ਹੁਣ ਉਸ ਸੁਰਤ ਦੇ ਵੈਪਨ ਨਾਲ ਜੋ ਪ੍ਰੇਮ ਪੈਦਾ ਹੋਇਆ, ਜੋ ਪਿਆਰ ਪੈਦਾ ਹੋਇਆ, ਉਹਦਾ ਕੀ ਕੀਤਾ ਮੈਂ, ਉਸ ਪ੍ਰੇਮ ਦਾ ਮੈਂ ਅਗੇਨ, ਉਹ ਵੀ ਮੇਰਾ ਕੀ ਬਣ ਗਿਆ, ਵੈਪਨ, ਉਹ ਵੀ ਮੇਰਾ ਇੱਕ ਹਥਿਆਰ ਬਣ ਗਿਆ। ਜਦੋਂ ਉਹ ਪ੍ਰੇਮ ਤੇ ਪਿਆਰ ਤੇ ਜੋ ਸੁਰਤ ਹੈਗੀ, ਜੋ ਸੋਝੀ ਹੈਗੀ, ਜੋ ਨੌਲੇਜ ਮੈਨੂੰ ਮਿਲੀ, ਉਹਦੇ ਨਾਲ ਕੀ ਹੋਇਆ, ਮੇਰੇ ਕੋਲ ਇੱਕ ਪੂਰੀ ਤੋਪ ਤਿਆਰ ਹੋ ਗਈ ਤੇ ਮੈਂ ਉਹਦੇ ਨਾਲ ਹਮਲਾ ਕੀਤਾ। ਜਦੋਂ ਮੈਂ ਉਹ ਹਮਲਾ ਕੀਤਾ ਤੇ ਹੁਣ ਦੱਸੋ, ਜਦੋਂ ਸਾਡੇ ਕੋਲ, ਜਦੋਂ ਅਸੀਂ ਸੁਣਿਆ, ਮੰਨਿਆ, ਸਾਡੇ ਕੋਲ ਨੌਲੇਜ ਆਈ, ਗਿਆਨ ਆਇਆ, ਪ੍ਰੇਮ ਪੈਦਾ ਹੋਇਆ, ਤੇ ਇਹ ਸਾਰੇ ਹਥਿਆਰਾਂ ਚੋਂ ਫਿਰ ਕੀ ਨਿਕਲੇਗਾ, ਅਗਨੀ। ਉਹ ਜੋ ਬ੍ਰਹਮ ਅਗਨ ਨਿਕਲੇਗੀ ਉਹਦੇ ਚੋਂ, ਉਹਦੇ ਨਾਲ ਕੀ ਹੋਇਆ, ਇੱਕੋ ਵਾਰ ਨਾਲ ਸਾਰਾ ਜੋ ਇੰਨਾ ਵੱਡਾ ਪਸਾਰਾ ਬਣਿਆ ਹੋਇਆ ਸੀ ਨਾ, ਉਹਦੇ ਵੱਡੇ ਵੱਡੇ ਦਰਵਾਜ਼ੇ, ਉਹਦੇ 5 ਵਿਕਾਰ, ਸਭ ਇੱਕੋ ਵਾਰੀ ਟੁੱਟ ਗਿਆ, ਸਭ ਟੁੱਟ ਗਿਆ। ਦੇਖੋ ਮਹਾਰਾਜ ਕਿੰਨਾ ਪਿਆਰਾ ਸਾਨੂੰ ਸਟ੍ਰੈਟਜੀ ਬਖਸ਼ ਰਹੇ ਨੇ ਕਿ ਜਦੋਂ ਅਸੀਂ ਮਨ ਦੇ ਉੱਪਰ ਜਿੱਤ ਹਾਸਲ ਕਰਨੀ ਹੈ ਤੇ ਕਿਵੇਂ ਕਰਨੀ ਹੈ। ਮਹਾਰਾਜ ਨੇ ਸਾਨੂੰ ਹਥਿਆਰ ਕਿੰਨੇ ਸੋਹਣੇ ਬਖਸ਼ ਦਿੱਤੇ, ਤੇ ਇਹ ਵੀ ਦੱਸ ਦਿੱਤਾ ਅਸੀਂ ਉੱਥੇ ਤੱਕ ਪਹੁੰਚਣਾ ਕਿਵੇਂ ਹੈ, ਅਸੀਂ ਉਹ ਹਥਿਆਰ ਆਪਣੇ ਬਣਾਣੇ ਕਿਵੇਂ ਨੇ। ਤੇ ਉਸ ਬ੍ਰਹਮ ਅਗਨ ਦੇ ਨਾਲ ਇੰਨਾ ਵੱਡਾ ਪਸਾਰਾ ਇੱਕੋ ਵਾਰੀ ਚ ਟੁੱਟ ਗਿਆ। ਜਦੋਂ ਕਿਲੇ ਦੀ ਦੀਵਾਰ ਟੁੱਟੀ, ਉਸ ਦੀਵਾਰ ਦਾ ਜੋ ਦੀਵਾਰ ਨਾਲ ਹੀ ਨਾ ਸਾਰੀ ਖਾਈ ਭਰ ਗਈ, ਤੇ ਹੁਣ ਮੈਂ ਉਸ ਮਨ ਤੱਕ ਪਹੁੰਚ ਸਕਦਾ। ਹੁਣ ਕੀ ਹੋਇਆ, ਜਦੋਂ ਮੈਂ ਸੰਗਤ ਕੀਤੀ, ਜਦੋਂ ਮੈਂ ਸੰਗਤ ਵਿੱਚ ਗਿਆ ਤੇ ਮੇਰੇ ਵਿੱਚ 2 ਚੀਜ਼ਾਂ ਆ ਗਈਆਂ, ਮੈਨੂੰ ਸੱਚ ਦੀ ਸਮਝ ਆ ਗਈ ਤੇ ਮੇਰੇ 'ਚ ਸੰਤੋਖ ਆ ਗਿਆ। ਕਿਵੇਂ, ਜਦੋਂ ਸਾਨੂੰ ਕੁਝ ਨਹੀਂ ਸਮਝ ਆਉਂਦੀ, ਜਦੋਂ ਸਾਨੂੰ ਨਹੀਂ ਪਤਾ ਲੱਗਦਾ, ਅਸੀਂ ਦੂਸਰਿਆਂ ਨੂੰ ਜਾ ਕੇ ਪੁੱਛੀਦਾ ਜੀ ਮੈਨੂੰ ਇਹ ਸਮਝਾ ਦਿਓ, ਇਹ ਕਿਵੇਂ ਹੋਏਗਾ ਨਾ। ਸਿਮਿਲਰਲੀ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਹਾਂ ਤੇ ਸਾਨੂੰ ਸਮਝ ਲੱਗਦੀ ਹੈ ਕਿ ਅਸੀਂ ਕੀ ਚੀਜ਼ ਕਿਵੇਂ ਕਰਨੀ। ਗੁਰੂ ਮਹਾਰਾਜ ਨੇ ਸਾਨੂੰ ਬਾਣੀ ਆਫ ਲਾਈਫ ਦੇ ਦਿੱਤਾ ਕਿ ਬੱਚੇ ਤੁਸੀਂ ਜੀਵਨ ਵਿੱਚ ਇਹ ਸਭ ਕਰਨਾ ਹੈ, ਪਰ ਕਿਵੇਂ ਕਰਨਾ ਹੈ ਉਹ ਅਸਲ ਵਿੱਚ ਕਰਕੇ ਸਾਨੂੰ ਸੰਗਤ ਦਿਖਾਉਂਦੀ ਹੈ। ਸਾਨੂੰ ਸੰਗਤ ਤੋਂ ਇਹ ਸਮਝ ਆਉਂਦੀ ਹੈ, ਸਾਨੂੰ ਲਾਈਵ ਐਗਜ਼ਾਮਪਲਸ ਮਿਲਦੇ ਨੇ ਕਿ ਅਸੀਂ ਕਿਵੇਂ ਇਹ ਚੀਜ਼ ਆਪਣੀ ਜ਼ਿੰਦਗੀ ਵਿੱਚ ਵੀ ਕਰ ਸਕਦੇ ਹਾਂ। ਜਦੋਂ ਸਾਨੂੰ ਇਸ ਸੰਗਤ ਵੱਲੋਂ ਸਮਝ ਆਏਗੀ ਤਾਂ ਸਾਡੇ ਅੰਦਰ ਕੀ ਉਪਜੇਗਾ, ਸੱਚ। ਸਾਨੂੰ ਸੱਚ ਦਾ ਪਤਾ ਲੱਗੇਗਾ ਕਿ ਕੀ ਸਹੀ ਹੈ ਤੇ ਕੀ ਗਲਤ ਹੈ, ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ। ਫਿਰ ਅਸੀਂ ਦੁਵਿਧਾ ਵਿੱਚ ਨਹੀਂ ਰਵਾਂਗੇ ਕਿ ਮੈਂ ਕਰਾਂ ਜਾਂ ਨਾ ਕਰਾਂ। ਸੰਗਤ ਨੇ ਸਾਨੂੰ ਸਿੱਧਾ ਸਿੱਧਾ ਸਮਝਾ ਦੇਣਾ ਹੈ ਕਿ
ਇਹ ਕਰਨਾ ਹੈ, ਇਹ ਨਹੀਂ ਕਰਨਾ। ਜਦੋਂ ਸਾਨੂੰ ਸੱਚ ਦੀ ਸਮਝ ਆ ਜਾਏਗੀ, ਜਦੋਂ ਸਾਨੂੰ ਟਰੂਥ ਪਤਾ ਲੱਗ ਜਾਏਗਾ ਕੀ ਹੈ, ਫਿਰ ਉਸ ਸੱਚ ਦੇ ਨਾਲ ਸਾਡੇ ਅੰਦਰ ਕੰਟੈਂਟਮੈਂਟ, ਅਸੀਂ ਸੰਤੋਖ ਸਾਨੂੰ ਮਿਲੇਗਾ, ਅਸੀਂ ਸਹਿਜ ਵਿੱਚ ਰਵਾਂਗੇ। ਫਿਰ ਸਾਡੇ ਮਨ ਦੇ ਅੰਦਰ ਜੋ ਐਂਜ਼ਾਈਟੀ ਆ ਜਾਂਦੀ ਨਾ, ਟੈਨਸ਼ਨ ਆ ਜਾਂਦੀ, ਮੈਂ ਇਹ ਕਰਾਂ ਉਹ ਕਰਾਂ, ਮੈਨੂੰ ਕੁਛ ਨਹੀਂ ਸਮਝ ਆ ਰਿਹਾ ਮੈਂ ਕੀ ਕਰਾਂ, ਉਹ ਖਤਮ ਹੋ ਜਾਏ। ਫਿਰ ਸਾਡੇ ਅੰਦਰ ਸਹਿਜ ਆ ਜਾਏਗਾ, ਸਾਡੇ ਅੰਦਰ ਕੰਟੈਂਟਮੈਂਟ ਆ ਜਾਏਗੀ ਕਿ ਜੋ ਅਕਾਲ ਪੁਰਖ ਜੀ ਕਰ ਰਹੇ ਨੇ ਉਹ ਠੀਕ ਹੈ। ਫਿਰ ਉਹ ਤ੍ਰਿਸ਼ਨਾ ਛੱਡ ਕੇ ਕਿ ਇਹ ਵੀ ਮੈਨੂੰ ਦੇ ਦਿਓ, ਇਹ ਵੀ ਮੇਰਾ, ਉਹ ਵੀ ਮੇਰੇ ਮਨ 'ਚ ਕੀ ਆ ਜਾਏਗਾ, ਸਭ ਤੇਰਾ ਹੈ। ਫਿਰ ਉਹ ਤੇਰਾ ਤੇਰਾ ਵਾਲੀ ਬਿਰਤੀ ਹੋਏਗੀ ਕਿ ਜੋ ਹੈ ਅਕਾਲ ਪੁਰਖ ਜੀ ਤੁਹਾਡਾ ਹੈ, ਮੇਰਾ ਕੁਛ ਨਹੀਂ। ਸੋ ਸੰਗਤ ਨਾਲ ਮਿਲ ਕੇ, ਸੰਗਤ ਵਿੱਚ ਬੈਠ ਕੇ ਸਾਨੂੰ ਕਿਹੜੇ ਦੋ ਫਲ ਮਿਲਦੇ ਨੇ ਕਿ ਸਾਨੂੰ ਸੱਚ ਦੀ ਸਮਝ ਆ ਜਾਂਦੀ ਹੈ ਤੇ ਸਾਡੇ ਅੰਦਰ ਸੰਤੋਖ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਗੁਰੂ ਮਹਾਰਾਜ ਅੱਗੇ ਕੀ ਦੱਸ ਰਹੇ ਨੇ ਕਿ ਜਦੋਂ ਸੰਗਤ ਵਿੱਚ ਰਲ ਕੇ ਮੇਰੇ ਅੰਦਰ ਸੱਤ ਤੇ ਸੰਤੋਖ ਆ ਗਏ, ਜਦੋਂ ਮੇਰੇ ਅੰਦਰ ਸੱਚ ਦਾ ਪਤਾ ਲੱਗ ਗਿਆ ਤੇ ਮੈਂ ਸੰਤੋਖ ਮੇਰੇ ਕੋਲ ਆ ਗਿਆ। ਹੁਣ ਇਹ ਦੋ ਮੇਰੇ ਕੀ ਹੋ ਗਏ, ਮੇਰੀ ਆਰਮੀ ਬਣ ਗਈ ਸੱਤ ਤੇ ਸੰਤੋਖ ਦੀ। ਹੁਣ ਸੱਤ ਤੇ ਸੰਤੋਖ ਨੂੰ ਮੈਂ ਆਪਣੇ ਨਾਲ ਲੈ ਕੇ ਇੱਕ ਫੌਜ ਤਿਆਰ ਕੀਤੀ ਤੇ ਉਹ ਫੌਜ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹ ਫੌਜ ਦੇ ਨਾਲ ਮੈਂ ਦੋਨੋਂ ਦਰਵਾਜ਼ੇ ਭੰਨ ਦਿੱਤੇ ਉਸ ਕਿਲੇ ਦੇ। ਜਦੋਂ ਦਰਵਾਜ਼ੇ ਭੰਨੇ ਗਏ ਤੇ ਹੁਣ ਮੇਰੇ ਸਾਹਮਣੇ ਉਹ ਰਾਜਾ ਖੜਾ ਹੈ, ਉਹ ਰਾਜਾ ਹੈ ਜਿਹਨੂੰ ਮੈਂ ਗਰਦਨ ਤੋਂ ਪਕੜ ਲਿਆ, ਉਸ ਰਾਜੇ ਨੂੰ ਮੈਂ ਪਕੜ ਲਿਆ। ਹੁਣ ਉਹ ਰਾਜਾ ਮੇਰੀ ਪਕੜ ਵਿੱਚ ਹੈ, ਪਰ ਹੁਣ ਕੀ ਅਸੀਂ ਉਸ ਕਿਲੇ ਤੇ ਜਿੱਤ ਹਾਸਲ ਕਰਨ ਵਾਸਤੇ ਉਸ ਰਾਜੇ ਨੂੰ ਮਾਰ ਦਈਏ? ਹੁਣ ਮਨ ਸਾਡੇ ਕਾਬੂ ਵਿੱਚ ਤੇ ਆ ਗਿਆ, ਸਾਡੇ ਹੱਥ ਵਿੱਚ ਆ ਗਿਆ, ਪਰ ਹੁਣ ਕੀ ਕਰੀਏ? ਮਾਰ ਦਈਏ ਉਸ ਮਨ ਨੂੰ ਕਿਉਂਕਿ ਸਾਡਾ ਦੁਸ਼ਮਣ ਹੈ? ਯੈਸ ਔਰ ਨੋ? ਮਨ ਨੂੰ ਮਾਰ ਦਈਏ? नो। वेरी गुड, वेरी गुड। एक जो छोटा बच्चा ਹੁੰਦਾ ਹੈ ਨਾ, ਸਾਡਾ ਮਨ ਵੀ ਉਹਦੀ ਤਰ੍ਹਾਂ ਹੈ, ਬਹੁਤ ਚੰਚਲ ਹੈ। ਅਸੀਂ ਉਸ ਛੋਟੇ ਬੱਚੇ ਨੂੰ ਅਗਰ ਕੁਝ ਮਨਾ ਕਰਦੇ ਹਾਂ ਕਿ ਪੁੱਤਰ ਤੂੰ ਇਹ ਕੰਮ ਨਹੀਂ ਕਰਨਾ, ਉਹ ਜਾਣ ਕੇ ਉਹੀ ਕੰਮ ਕਰਦਾ ਹੈ ਕਿ ਮੈਂ ਹੁਣ ਤੇ ਕਰਾਂਗਾ ਜ਼ਰੂਰ। ਪਰ ਜਿਸ ਵੇਲੇ ਅਸੀਂ ਉਹਨੂੰ ਸਮਝਾਈਏ ਕਿ ਪੁੱਤਰ ਤੁਸੀਂ ਇਹ ਕੰਮ ਕਿਉਂ ਕਰਨਾ ਹੈ, ਕਿਉਂ ਨਹੀਂ ਕਰਨਾ, ਜਦੋਂ ਅਸੀਂ ਬੱਚੇ ਬਣ ਕੇ ਉਹਨਾਂ ਦੇ ਲੈਵਲ ਤੇ ਉਹਨਾਂ ਨਾਲ ਗੱਲ ਕਰੀਏ ਕਿ ਪੁੱਤਰ ਜੀ ਇਹ ਗੱਲ ਤੁਸੀਂ ਮੈਨੂੰ ਦੱਸੋ, ਇਹ ਠੀਕ ਹੈ ਕਿ ਗਲਤ ਹੈ, ਕਰਨਾ ਹੈ ਕਿ ਨਹੀਂ ਕਰਨਾ, ਕਿਉਂ ਨਹੀਂ ਕਰਨਾ, ਜਦੋਂ ਅਸੀਂ ਉਹਦੇ ਨਾਲ ਰੀਜ਼ਨਿੰਗ ਸ਼ੁਰੂ ਕਰਾਂਗੇ, ਗੱਲਬਾਤ ਸ਼ੁਰੂ ਕਰਾਂਗੇ ਉਹਦੇ ਲੈਵਲ ਤੇ ਜਾ ਕੇ, ਤਾਂ ਉਹ ਸਾਡੀ ਸੁਣੇਗਾ। ਨਹੀਂ ਤੇ ਕੀ ਹੋਏਗਾ, ਉਹਦੇ ਮਨ ਦੇ ਅੰਦਰ ਉਹ ਬੱਚਾ ਕੀ ਕਹੇਗਾ, ਅੱਛਾ ਮੈਨੂੰ ਕਿਸੇ ਚੀਜ਼ ਵਾਸਤੇ ਮਨਾ ਕੀਤਾ ਤੇ ਮੈਂ ਜ਼ਰੂਰ ਕਰਾਂਗਾ, ਉਹਨੂੰ ਮਜ਼ਾ ਆਏਗਾ ਉਹ ਚੀਜ਼ ਕਰਨ। ਇਸੇ ਤਰ੍ਹਾਂ ਸਾਡਾ ਮਨ ਹੈ, ਜਦੋਂ ਅਸੀਂ ਉਹਨੂੰ ਸਟ੍ਰਿਕਟਲੀ ਕਹਿ ਦਿੱਤਾ ਨਾ ਕਿ ਮਨ ਤੂੰ ਇਹ ਨਹੀਂ ਕਰਨਾ, ਉਹ ਹੋਰ ਭੱਜੇਗਾ ਉਸ ਨਾਲ। ਜਦੋਂ ਅਸੀਂ ਮਨ ਨੂੰ ਕਹਿ ਦਿੰਦੇ ਨਾ, ਸਾਡਾ ਮਨ ਕਰ ਰਿਹਾ ਹੋਏ ਕਿ ਯਾਰ ਮੈਂ ਨਾ ਚਾਕਲੇਟ ਖਾਣੀ ਹੈ, ਉਹਨੂੰ ਜ਼ਬਰਦਸਤੀ ਕਹਿ ਦੋ ਮੈਂ ਤੁਸੀਂ ਨਹੀਂ ਖਾਣੀ, ਫਿਰ ਮਨ ਕੀ ਕਹੇਗਾ, ਬਾਰ-ਬਾਰ ਅੱਖਾਂ ਉੱਧਰ ਜਾਣਗੀਆਂ, ਚਾਕਲੇਟ ਮੈਂ ਖਾਣਾ। ਫਿਰ ਸਾਡਾ ਧਿਆਨ ਭਟਕੇਗਾ, ਫਿਰ ਅਸੀਂ ਦੁਵਿਧਾ ਵਿੱਚ ਜਾਵਾਂਗੇ, ਫਿਰ ਉਹੀ ਸਾਈਕਲ ਸ਼ੁਰੂ ਹੋ ਜਾਏ। ਉਸ ਵੇਲੇ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਨੂੰ ਜ਼ਬਰਦਸਤੀ ਨਾ ਸਮਝਾ ਕੇ ਅਸੀਂ ਉਹਨੂੰ ਪਿਆਰ ਨਾਲ ਪੁੱਛਣਾ ਹੈ ਕਿ ਮਨਾ ਤੂੰ ਕਿਉਂ ਚਾਕਲੇਟ ਖਾਣਾ ਚਾਹੁੰਦਾ ਹੈ, ਕੀ ਮਿਲੇਗਾ ਤੁਹਾਨੂੰ ਚਾਕਲੇਟ ਖਾ ਕੇ, ਕਿਹੜਾ ਰਸ ਮਿਲੇਗਾ, ਕੀ ਉਹ ਰਸ ਜ਼ਰੂਰੀ ਹੈ ਜਾਂ ਜੋ ਤੁਸੀਂ ਕੰਮ ਕਰ ਰਹੇ ਹੋ ਉਹ ਜ਼ਰੂਰੀ। ਜਦੋਂ ਤੁਹਾਡੇ ਮਨੋਂ ਆਵਾਜ਼ ਆਏ ਕਿ ਨਾ ਕਿ ਚੱਲ ਛੱਡ ਨਹੀਂ ਖਾਂਦੇ ਚਾਕਲੇਟ, ਫਿਰ ਦੁਬਾਰਾ ਤੁਹਾਡਾ ਧਿਆਨ ਨਹੀਂ ਜਾਏਗਾ ਚਾਕਲੇਟ ਵੱਲ। ਤਾਂ ਹੁਣ ਕੀ ਹੋਏਗਾ, ਜਦੋਂ ਮਨ ਅਸੀਂ ਉਸ ਕਿਲੇ ਦੇ ਰਾਜੇ ਤੱਕ ਪਹੁੰਚ ਗਏ, ਮਨ ਨੂੰ ਪਕੜ ਲਿਆ, ਜੇ ਅਸੀਂ ਉਹਨੂੰ ਉੱਥੇ ਮਾਰ ਦਿੱਤਾ, ਅਸੀਂ ਮਨ ਉੱਪਰ ਜਿੱਤ ਕਦੀ ਨਹੀਂ ਹਾਸਲ ਕਰ ਪਾਉਂਦੇ। ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਉਸ ਵੇਲੇ ਅਸੀਂ ਆਪਣੇ ਮਨ ਨਾਲ ਇਹ ਵਿਚਾਰ ਕਰਨੀ ਹੈ ਕਿ ਮਨਾ ਤੂੰ ਜਿਸ ਕਾਰੇ ਲੱਗਿਆ ਹੈ, ਤੂੰ ਜਿਸ ਕ੍ਰੋਧ ਦੇ, ਜਿਸ ਪੰਜ ਵਿਕਾਰਾਂ ਦੇ ਅਧੀਨ ਹੋ ਕੇ ਕੰਮ ਕਰਨ ਲੱਗਿਆ ਹੈ, ਉਹ ਠੀਕ ਨਹੀਂ ਹੈ। ਤੂੰ ਆਪਣਾ ਮੂਲ ਪਛਾਣ, ਤੂੰ ਕੀ ਕਰਨ ਇਸ ਜਗ ਤੇ ਆਇਆ ਹੈ,
ਤੂੰ ਉਹ ਸਮਝ। ਜਦੋਂ ਅਸੀਂ ਆਪਣੇ ਉਸ ਮਨ ਨਾਲ ਇਹ ਵਿਚਾਰ ਕਰਾਂਗੇ ਤਾਂ ਕੀ ਹੋਏਗਾ, ਅਸੀਂ ਆਪਣੇ ਮਨ ਨੂੰ ਸਮਝਾ ਪਾਵਾਂਗੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜ਼ਰੂਰੀ ਹੈ ਕਿ ਜਦੋਂ ਅਸੀਂ ਮਨ ਤੱਕ ਪਹੁੰਚ ਗਏ ਉਸ ਤੋਂ ਬਾਅਦ ਮਨ ਨੂੰ ਸਮਝਾਈਏ ਕਿ ਅਸੀਂ ਕੀ ਕਰਨ ਆਏ ਹਾਂ ਤੇ ਅਸੀਂ ਕੀ ਕਰਨਾ ਹੈ, ਨਾ ਕਿ ਅਸੀਂ ਉਹਦੇ ਜ਼ਬਰਦਸਤੀ ਕਰਕੇ ਉਹਨੂੰ ਮਾਰ ਦਈਏ। ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਮਨ ਕੀ ਪਤਰੀ ਵਾਚਣੀ, ਸੁਖੀ ਹੂੰ ਸੁਖਸਾਰ। ਜਦੋਂ ਅਸੀਂ ਮਨ ਨੂੰ ਸਮਝਾਂਗੇ ਤੇ ਸਾਨੂੰ ਉਹ ਲਾਈਫ ਦੇ ਉੱਤਮ ਗੁਣ, ਉਹ ਉੱਤਮ ਸੁੱਖ ਮਿਲਣਗੇ ਜਿਹਦੀ ਅਸੀਂ ਭਾਲ ਕਰਦੇ ਹਾਂ, ਜੋ ਅਸੀਂ ਲੱਭਦੇ ਹਾਂ। ਤੋ ਅਸੀਂ ਜਦੋਂ ਮਨ ਨੂੰ ਸੰਗਤ ਨਾਲ, ਜਦੋਂ ਅਸੀਂ ਮਨ ਨੂੰ ਉਸ ਬ੍ਰਹਮ ਅਗਨ ਨਾਲ ਆਪਣੇ ਹੱਥ ਵਿੱਚ ਫੜ ਲਿਆ, ਫਿਰ ਅਸੀਂ ਉਹਨੂੰ ਸਮਝਾਉਣਾ ਹੈ, ਅਸੀਂ ਉਹਨੂੰ ਮਾਰਨਾ ਨਹੀਂ। ਤੇ ਜਦੋਂ ਸਮਝਾ ਲਿਆ ਫਿਰ ਉਹ ਸਾਡੇ ਨਾਲ ਉਹਦੀ ਦੋਸਤੀ ਹੋ ਜਾਏਗੀ, ਇੰਨੀ ਗੂੜੀ ਦੋਸਤੀ ਹੋ ਜਾਏਗੀ ਕਿ ਕਿੱਥੇ ਅਸੀਂ ਉਹਦੇ ਤੇ ਕਾਬੂ ਕਰਨ ਚੱਲੇ ਸੀ, ਕਿੱਥੇ ਅਸੀਂ ਸਾਡਾ ਉਹ ਦੁਸ਼ਮਣ ਸੀ, ਤੇ ਉਹ ਸਾਡਾ ਇੰਨਾ ਪਿਆਰਾ ਮਿੱਤਰ ਬਣ ਜਾਏਗਾ ਕਿ ਉਸੇ ਮਨ ਦੇ ਨਾਲ ਹੀ ਅਸੀਂ ਉਸ ਇੱਕ ਅਕਾਲ ਪੁਰਖ ਨਾਲ ਜੁੜਾਂਗੇ। ਵਿਚਾਰਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਜੀ। ਮਹਾਰਾਜ ਕਿਰਪਾ, ਇੰਨਾ ਕੋਈ ਸਮਾਂ ਮਿਲਿਆ ਸੀਗਾ। आप सारे संगत रूप हो, आप जी काल पुरख रूप हो जी, आप जी बख्शनहार हो। होइया भुला चुका दी खिला बख्शना जी, इन्नियां खूब बेनतियां प्रवान करनियां, महाराज की अरदास करनी जी। जो भी अज विचारा होईयां ने ਉਹ ਸਾਡੇ ਸਾਰਿਆਂ ਦੇ ਜੀਵਨ ਵਿੱਚ ਵਸ ਸਕਣ ਜੀ। ਅਸੀਂ ਉਹਨਾਂ ਅਨੁਸਾਰ ਆਪਣਾ ਜੀਵਨ ਬਤੀਤ ਕਰ ਸਕੀਏ ਤਾਂ ਜੋ ਉਸ ਇੱਕ ਅਕਾਲ ਪੁਰਖ ਨਾਲ ਜੁੜ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ ਜੀ। ਭੁੱਲਾਂ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਜੇ ਕਿਸੇ ਦੇ ਕੋਈ ਸਵਾਲ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਾਇਦ ਸੁਰਿੰਦਰ ਭੈਣ ਜੀ ਦੇ ਕਨੈਕਸ਼ਨ ਦੇ ਥੋੜੀ ਪ੍ਰੋਬਲਮ ਆ ਰਹੀ ਹੈ। ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਭੈਣ ਜੀ ਮਨਮੀਤ ਕੌਰ ਜੀ ਦਾ, ਜਿਨ੍ਹਾਂ ਨੇ ਬੜੇ ਹੀ ਪ੍ਰੇਮ ਦੇ ਨਾਲ, ਬੜੇ ਹੀ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਮਨ ਨੂੰ ਜਿੱਤ ਕੇ ਤੇ ਅਸੀਂ ਆਪਣੇ ਮਨ ਨੂੰ ਕੰਟਰੋਲ ਵਿੱਚ ਕਰਕੇ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹਾਂ। ਔਰ ਬੱਚਿਆਂ ਦਾ ਵੀ ਬਹੁਤ ਬੱਚੇ ਚੈਟ ਦੇ ਵਿੱਚ ਮੈਮ ਦਾ ਥੈਂਕਸ ਵੀ ਕਰ ਰਹੇ ਨੇ, ਔਰ ਅਸੀਂ ਧੰਨਵਾਦ ਵੀ ਕਰਦੇ ਹਾਂ ਵੀਰ ਜਸਵੀਰ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਨਾਲ ਰਾਬਤਾ ਕਰਕੇ ਕੈਂਪ ਦੇ ਵਿੱਚ ਆਪ ਜੀ ਦੀ ਸ਼ਮੂਲੀਅਤ ਕਰਵਾਈ। ਸੋ ਮੈਂ ਸਟੂਡੈਂਟਸ ਨੂੰ ਬੇਨਤੀ ਕਰਾਂਗੀ ਕਿ ਜਿਨ੍ਹਾਂ ਦੇ ਕੁਐਸਚਨਸ ਨੇ ਪਹਿਲਾਂ ਪਲੀਜ਼ ਉਹੀ ਹੈਂਡ ਰੇਜ਼ ਕਰਨ। ਮੈਂ ਸਾਰੇ ਸਟੂਡੈਂਟਸ ਨੂੰ ਬੇਨਤੀ ਕਰਾਂਗੀ ਕਿ ਕੇਵਲ ਤੇ ਕੇਵਲ ਪਹਿਲਾਂ ਕੁਐਸਚਨਸ ਲਏ ਜਾਣ, ਤਾਂ ਕਿ ਅਗਰ ਕਿਸੇ ਦੇ ਕੋਈ ਡਾਊਟਸ ਨੇ ਜਾਂ ਕੋਈ ਗੱਲ ਨਹੀਂ ਕਲੀਅਰ ਹੋਈ ਉਹਨਾਂ ਨੂੰ ਪਹਿਲਾਂ ਕਲੀਅਰ ਕੀਤਾ ਜਾਵੇ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਮਨਦੀਪ ਕੌਰ ਜੀ, ਮੈਂ ਨਾਲ ਸਟੂਡੈਂਟਸ ਨੂੰ ਕਹਾਂਗੀ ਕਿ ਆਪਣੀ ਵੀਡੀਓ ਵੀ ਸਟਾਰਟ ਕਰ ਲੈਣ ਔਰ ਬੜੇ ਸੰਖੇਪ ਦੇ ਵਿੱਚ, ਤਾਂ ਕਿ ਅਸੀਂ ਵੱਧ ਤੋਂ ਵੱਧ ਮੈਮ ਦਾ ਲਾਹਾ ਲੈ ਸਕੀਏ। ਮਨਦੀਪ ਕੌਰ ਜੀ ਪਟਿਆਲਾ ਤੋਂ ਆਪਣੀ ਵੀਡੀਓ ਨੂੰ ਸਟਾਰਟ ਕਰੋ ਜੀ। ਜਿਨ੍ਹਾਂ ਬੱਚਿਆਂ ਨੇ ਹੈਂਡ ਰੇਜ਼ ਕੀਤੇ ਨੇ ਸੰਖੇਪ ਦੇ ਵਿੱਚ ਜੀ। मैम वाहिगुरु जी का खालसा, वाहिगुरु जी की फतेह। मैम मेरा कोई क्वेश्चन नहीं है, बट मैं कुछ मन बारे मैं कुछ कहना चाहती सा। हाँ जी, बट बहुत संक्षेप दे विच। ठीक है जी। मैं लिखिया सी जब मैं सहज पाठ कर रही सा तो मैनूं उत्थे मिलिया, मैं ज्ञान कॉलेज विच लिखिया सी गुरु साहब कहंदे हैं ये शरीर है जो शरीर रूप पक्का किला काबू करना बहुत औखा है, क्योंकि इसके दुआले द्वैत दी दोहरी फसील ते तीन गुणा दी दोहरी खाई है। जिवें मैम ने दस्सिया बाल वाली माया दा आसरा लैके पंज कामां दा एक पंजी तत्त मोह हंकार ईर्खा ते फौज लड़न तो तैयार है। जेड़ा काम हैगा ਉਹ ਇਸ ਬੂਹੇ ਦਾ ਮਾਲਕ ਹੈ। ਦੁੱਖ ਤੇ ਸੁੱਖ ਪਹਿਰੇਦਾਰ ਹਨ, ਪਾਪ ਤੇ ਪੁੰਨ ਦਰਵਾਜ਼ੇ ਹਨ। ਬਹੁਤ ਜ਼ਿਆਦਾ ਲੜਾਕਾ ਜਿਹੜਾ ਕ੍ਰੋਧ ਹੈਗਾ ਉਹ ਕਿਲੇ ਦਾ ਚੌਧਰੀ ਹੈ। ਤੇ ਇਸ
ਕਿਲੇ ਦਾ ਮਨ ਰਾਜਾ ਬਣ ਕੇ ਬੈਠਾ ਹੈ। ਮਨ ਰਾਜੇ ਦੇ ਜੀਭ ਦੇ ਚਸਕੇ ਹੀ ਉਸਨੇ ਅੱਗੇ ਰੱਖੇ ਹਨ। ਮਮਤਾ ਦਾ ਟੋਪ ਪਾਇਆ ਹੋਇਆ ਹੈ ਉਸਨੇ, ਤੇ ਭੈੜੀ ਮੱਤ ਦੀ ਕਮਾਨ ਕੱਸੀ ਹੋਈ ਹੈ। ਤ੍ਰਿਸ਼ਨਾ ਦੇ ਤੀਰ ਕੱਸੇ ਹਨ, ਤੇ ਕਿਸੇ ਤੋਂ ਅਜਿਹਾ ਕਿਲਾ ਫਤਿਹ ਨਹੀਂ ਹੋ ਸਕਦਾ। ਪਰ ਜੇ ਪ੍ਰੇਮ ਦਾ ਪਲੀਤਾ ਲਗਾ ਕੇ, ਜਿਵੇਂ ਮੈਮ ਨੇ ਵੀ ਸਾਨੂੰ ਇਸੇ ਤਰ੍ਹਾਂ ਹੀ ਦੱਸਿਆ ਸੀ, ਪ੍ਰੇਮ ਦਾ ਪਲੀਤਾ ਲਗਾ ਕੇ, ਸੁਰਤ ਨੂੰ ਹਵਾਈ ਬਣਾ ਕੇ, ਗਿਆਨ ਦਾ ਗੋਲਾ ਬਣਾ ਕੇ ਚਲਾਇਆ ਜਾਵੇ, ਬ੍ਰਹਮ ਗਿਆਨ ਦੀ ਅੱਗ ਨੂੰ ਸੁੱਤੇ ਸਿੱਧ ਬਾਲਿਆ ਜਾਏ, ਤਾਂ ਇੱਕੋ ਹੀ ਧਮਾਕੇ ਨਾਲ ਇਹ ਸਰੀਰ ਰੂਪ ਕਿਲਾ ਫਤਿਹ ਹੋ ਸਕਦਾ ਹੈ। ਤੇ ਸੱਤ ਤੇ ਸੰਤੋਖ ਨੂੰ ਨਾਲ ਲੈ ਕੇ ਚੱਲਿਆ ਜਾਏ ਤਾਂ ਦੋਵੇਂ ਦਰਵਾਜ਼ੇ ਭੰਨੇ ਜਾ ਸਕਦੇ ਹਨ। ਇਸ ਕਿਲੇ ਦੇ ਰਾਜੇ ਮਨ ਨੂੰ ਸਾਧ ਸੰਗਤ ਦੇ ਗੁਰੂ ਦੀ ਕਿਰਪਾ ਨਾਲ ਫੜਿਆ ਜਾ ਸਕਦਾ ਹੈ। ਤੇ ਮੈਂ ਮੈਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ, ਜਿਨ੍ਹਾਂ ਨੇ ਸਾਨੂੰ ਇੰਨੇ ਪਿਆਰ ਨਾਲ ਤੇ ਇੰਨੇ ਵਧੀਆ ਢੰਗ ਨਾਲ ਸਮਝਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਹੁਤ ਵਧੀਆ ਮਨਦੀਪ ਕੌਰ ਜੀ, ਬੜਾ ਚੰਗਾ ਲੱਗਦਾ ਹੈ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਨਾ, ਫੁਰਮਾਨਾਂ ਨੂੰ ਯਾਦ ਵੀ ਕਰਦੇ ਹਾਂ, ਉਹਦੇ ਅਰਥ ਵੀ ਸਮਝਦੇ ਹਾਂ। ਮੈਂ ਦੱਸਣਾ ਚਾਹਾਂਗੀ ਮਨਦੀਪ ਕੌਰ ਜੋ ਕਿ ਕੈਂਪ ਤੋਂ ਪਹਿਲਾਂ ਦਸਤਾਰ ਨਹੀਂ ਸਨ ਸਜਾਉਂਦੇ, ਉਹ ਰੈਗੂਲਰ ਕੈਂਪ ਅਟੈਂਡ ਕਰ ਰਹੇ ਨੇ, ਔਰ ਉਸ ਤੋਂ ਬਾਅਦ ਹੁਣ ਇਹਨਾਂ ਨੇ ਦਸਤਾਰ ਵੀ ਸਜਾਣੀ ਸ਼ੁਰੂ ਕਰ ਦਿੱਤੀ ਹੈ ਜੀ। ਬਹੁਤ ਵਧੀਆ ਜੀ। ਸੋ ਨੈਕਸਟ ਸਰਬਜੀਤ ਸਿੰਘ ਜੀ ਮੰਗਲੀ, ਉਹਨਾਂ ਦਾ ਸਟੂਡੈਂਟ TPP ਨੰਬਰ 13216। ਹਾਂਜੀ ਮੈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੀ, ਮੇਰਾ EPP ਨੰਬਰ 13216 ਹੈ। ਮੇਰਾ ਨਾਮ ਅਮਨਜੋਤ ਕੌਰ ਹੈ, ਮੇਰੀ ਜ਼ੋਨ ਲੁਧਿਆਣਾ ਹੈ। ਮੇਰਾ ਜੀ ਇਹ ਸਵਾਲ ਸੀ, ਜਦੋਂ ਆਪਾਂ ਦੁਵਿਧਾ ਵਿੱਚ ਪੈ ਜਾਈਏ ਫਿਰ ਕੀ ਕਰਨਾ ਚਾਹੀਦਾ ਹੈ? ਹਾਂਜੀ ਮਨਮੀਤ ਕੌਰ ਜੀ। ਸਭ ਤੋਂ ਪਹਿਲੇ ਸਮਝਣਾ ਜ਼ਰੂਰੀ ਹੈ ਕਿ ਦੁਵਿਧਾ ਸਾਨੂੰ ਆਉਂਦੀ ਕਿਉਂ ਹੈ। ਜਿਵੇਂ ਅਸੀਂ ਹੁਣ ਇੱਕ ਐਕਟੀਵਿਟੀ ਕਰਕੇ ਦੇਖੀ ਸੀ ਨਾ, ਦੁਵਿਧਾ ਹਮੇਸ਼ਾ ਤਾਂ ਆਈ ਕਿ ਜਦੋਂ ਸਾਡੇ ਸਾਹਮਣੇ ਦੋ ਚੀਜ਼ਾਂ ਹੋਣ। ਜੇ ਅਸੀਂ ਇੱਕ ਦੁਨਿਆਵੀ ਪੱਖ ਵੇਖੀਏ, ਸਾਡੇ ਵਾਸਤੇ ਜ਼ਰੂਰੀ ਹੈ ਸਮਝਣਾ ਕਿ ਇੱਕ ਛੋਟਾ ਜਿਹਾ ਐਗਜ਼ਾਮਪਲ ਜੇ ਲੈ ਲੈਂਦੇ ਹਾਂ, ਫਿਲਹਾਲ ਪੜ੍ਹਾਈ ਕਰੀਏ ਜਾਂ ਬਾਣੀ। ਬਹੁਤ ਵੱਡੀ ਦੁਵਿਧਾ ਹੁੰਦੀ ਹੈ, ਪੜ੍ਹਾਈ ਵੀ ਜ਼ਰੂਰੀ ਹੈ, ਬਾਣੀ ਵੀ ਜ਼ਰੂਰੀ ਹੈ, ਕੀ ਕਰੀਏ। ਹੁਣ ਸਾਨੂੰ ਇੱਥੇ ਸਮਝਣਾ ਜ਼ਰੂਰੀ ਹੈ ਕਿ ਅਸੀਂ ਬੈਲੈਂਸ ਕਰੀਏ। ਇੱਕ ਬੈਲੈਂਸ ਹੀ ਹੈ ਜਿਹਦੇ ਤੇ ਪੂਰੀ ਦੁਨੀਆ ਟਿਕੀ ਹੈ। ਜੇ ਅਰਥ ਦਾ ਬੈਲੈਂਸ ਖਰਾਬ ਹੋ ਜਾਂਦਾ, ਅਰਥਕੁਏਕ ਆਉਂਦੇ ਨੇ ਨਾ, ਇਸੇ ਤਰ੍ਹਾਂ ਜੇ ਸਾਡਾ ਬੈਲੈਂਸ ਖਰਾਬ ਹੋ ਜਾਏ ਨਾ, ਸਾਡੇ ਅੰਦਰ ਵੀ ਅਰਥਕੁਏਕ ਆਉਂਦੇ ਨੇ, ਛਾਲਾ ਮਾਰਦਾ ਮਨ ਕੀ ਕਰਨਾ, ਉਹ ਹੁੰਦੀ ਹੈ ਦੁਵਿਧਾ। ਹੁਣ ਜ਼ਰੂਰੀ ਹੈ ਉਸ ਵੇਲੇ ਇੱਕ ਬੈਲੈਂਸ ਕਰ ਪਾਣਾ ਕਿ ਫॉर एग्जांपल ਅਗਰ ਸਾਡੇ ਡੇ ਵਿੱਚ ਸਾਡੇ ਕੋਲ ਮੰਨ ਲਓ ਨੀਂਦ ਹਲ ਅਲੱਗ ਕਰਕੇ, ਨਿਤਨੇਮ ਜੋ ਜ਼ਰੂਰੀ ਹੈ ਹੀ ਹੈ ਸਮੇਂ ਅਨੁਸਾਰ ਉਹ ਕਰ ਅਲੱਗ ਕਰਕੇ, ਆਪਣੇ ਘਰ ਦੇ ਕੰਮ ਜੇ ਕੋਈ ਜ਼ਰੂਰੀ ਨੇ ਉਹ ਅਲੱਗ ਕਰਕੇ, ਹੁਣ ਜਿੰਨਾ ਕੁ ਸਮਾਂ ਬਚ ਗਿਆ ਉਸ ਸਮੇਂ ਵਿੱਚ ਅਸੀਂ ਕਿੰਨੀ ਅਸੀਂ ਇਕੁਅਲੀ ਡਿਵਾਈਡ ਕਰ ਸਕਦੇ ਹਾਂ। ਫॉर एग्जांपल ਜੇ ਕੱਲ ਐਗਜ਼ਾਮ ਹੈ, ਆਬਵੀਅਸਲੀ ਸਾਨੂੰ ਪੜ੍ਹਾਈ ਦੀ ਉਸ ਵੇਲੇ ਅਸੀਂ ਉਹਨੂੰ ਵੀ ਜ਼ਰੂਰੀ ਇੱਕ ਕਹਿ ਲਓ ਕਿ ਜ਼ਰੂਰ ਇੰਪੋਰਟੈਂਟ ਟਾਈਮ ਦੇ ਕੇ, ਜਿੰਨਾ ਟਾਈਮ ਉਹਨੂੰ ਚਾਹੀਦਾ ਉਹ ਦੇ ਕੇ, ਬਾਕੀ ਅਸੀਂ ਬਾਣੀ ਵੱਲ ਲਾ ਦਿੰਦੇ। ਜਦੋਂ ਜ਼ਿੰਦਗੀ ਦੁਵਿਧਾ ਹੋ ਗਈ, ਸਾਡੇ ਵਾਸਤੇ ਜ਼ਰੂਰੀ ਹੈ ਪਹਿਲੇ ਸਮਝਣਾ ਕਿ ਅਸੀਂ ਕਿਸ ਤਰ੍ਹਾਂ ਉਹਨੂੰ ਬੈਲੈਂਸ ਕਰ ਸਕਦੇ ਹਾਂ। ਉਸ ਪਰਟੀਕੂਲਰ ਟਾਈਮ ਤੇ ਉਸ ਵੇਲੇ ਕਿਸ ਚੀਜ਼ ਦੀ ਸਾਨੂੰ ਸਾਡੇ ਵਾਸਤੇ ਕਿੰਨੀ ਇੰਪੋਰਟੈਂਸ ਹੈ, ਕਿੰਨੀ ਵੈਲਿਊ ਅਸੀਂ ਉਹਨੂੰ ਦੇਣੀ ਹੈ, ਉਸ ਵੈਲਿਊ ਦੇ ਹਿਸਾਬ ਨਾਲ ਅਸੀਂ ਆਪਣਾ ਸਮਾਂ ਡਿਵਾਈਡ ਕਰੀਏ ਤੇ ਉਹਨੂੰ ਬੈਲੈਂਸ ਕਰੀਏ। ਜੇ ਬੈਲੈਂਸ ਬਾਈ ਚਾਂਸ ਨਹੀਂ ਹੋ ਪਾ ਰਿਹਾ, ਠੀਕ ਹੈ, ਸਭ ਤੋਂ ਪਿਆਰਾ ਤੇ ਸਭ ਤੋਂ ਇੱਕ ਫੂਲ ਪ੍ਰੂਫ ਪਲਾਨ ਹੁੰਦਾ ਹੈ, ਮਾਰਚ ਸਕੂਲ ਜਾਓ, ਮਾਰਚ ਤੋਂ ਹੁਕਮ ਲੈ। ਜ਼ਿੰਦਗੀ 'ਚ ਕਈ ਬਹੁਤ ਵੱਡੀਆਂ ਦੁਵਿਧਾਵਾਂ ਹੋ ਜਾਂਦੀਆਂ ਨੇ ਜਦੋਂ ਸ਼ਾਇਦ ਬੈਲੈਂਸ ਕਰਨ ਦਾ ਆਪਸ਼ਨ ਰਹਿੰਦਾ ਹੀ ਨਹੀਂ ਸਾਡੇ ਕੋਲ, ਜਾਂ ਆਰ ਜਾਂ ਪਾਰ। ਉਸ ਵੇਲੇ ਜੇ ਤੇ ਸਾਨੂੰ ਨਹੀਂ ਸਮਝ ਆ ਰਿਹਾ ਕਿ ਕਿਹੜੀ ਗੱਲ ਸਿੱਖੀ ਪੱਖ ਤੇ ਠੀਕ ਢੁੱਕ ਰਹੀ ਹੈ, ਪਹਿਲੀ ਗੱਲ ਤਾਂ ਜ਼ਰੂਰੀ ਕਿ ਅਸੀਂ ਸਮਝੀਏ ਕਿ ਕਿਹੜੀ ਚੀਜ਼ ਸਿੱਖੀ ਦੇ ਅਨੁਸਾਰ ਬਿਲਕੁਲ ਠੀਕ ਹੈ, ਅਸੀਂ ਉਹ ਕਰੀਏ। ਜਿਸ ਨਹੀਂ ਸਾਨੂੰ ਸਮਝ ਆ ਰਿਹਾ, ਮੱਤ ਸਾਡੀ ਬਹੁਤ ਥੋੜੀ ਹੈ, ਅਸੀਂ ਮਾਰਚ ਸਕੂਲ ਜਾਈਏ, ਅਰਦਾਸ ਕਰੀਏ ਤੇ ਮਾਰਚ ਤੇ ਹੁਕਮਨਾਮਾ ਲੈ ਲਈਏ। ਮਾਰਚ ਨੇ ਇੰਨੇ ਪਿਆਰ ਨਾਲ ਸਭ ਸਿੱਧਾ ਦੱਸ ਦੇਣਾ ਕਿ ਪੁੱਤਰ ਇਹ ਠੀਕ ਹੈ, ਇਹ ਨਹੀਂ, ਡੂ ਇਟ, ਸਾਰੀ ਦੁਵਿਧਾ ਸੋਲਵ ਹੋ ਜਾਏ। ਤਾਂ ਹੀ ਮਹਾਰਾਜ ਨੇ ਇੱਕ ਬਾਣੀ ਨਾਲ ਜੋੜੀ ਕਿ ਜਦੋਂ ਕੁਛ ਨਹੀਂ, ਦੁਵਿਧਾਵਾਂ ਤੁਹਾਡੇ ਤੇ ਇੰਨੀਆਂ ਹਾਵੀ ਨੇ, ਮਹਾਰਾਜ ਦੀ ਇੱਕ ਬਾਣੀ ਪੜ੍ਹ ਲਓ, ਮਹਾਰਾਜ ਤੋਂ ਇੱਕ ਹੁਕਮਨਾਮਾ ਲੈ ਲਓ, ਉਹਨਾਂ ਨੇ ਬਸ ਪੂਰਾ ਦੱਸ ਦੇਣਾ, ਦੁਵਿਧਾ ਖਤਮ।
ਬਹੁਤ ਧੰਨਵਾਦ ਭੈਣ ਜੀ ਦਾ, ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਸਾਨੂੰ ਬੱਚਿਆਂ ਨੂੰ ਸਾਰਿਆਂ ਨੂੰ ਸਮਝਾਇਆ ਹੈ। ਕਿਤੇ ਵੀ ਮਨ ਦੇ ਵਿੱਚ ਕੋਈ ਵੀ ਡਾਊਟ ਆਏ, ਸਭ ਤੋਂ ਪਹਿਲੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਈਏ, ਕਿਉਂਕਿ ਗੁਰੂ ਜੀ ਹਰ ਕੁਐਸਚਨ ਦਾ ਆਨਸਰ ਕਰ ਸਕਦੇ ਨੇ। ਹੁਣੇ ਜਦੋਂ 5 ਤਰੀਕ ਨੂੰ ਟੀਚਰਸ ਡੇ ਸੀ, ਅਸੀਂ ਸਾਰਿਆਂ ਨੇ ਉਦੋਂ ਵੀ ਗੱਲ ਕੀਤੀ ਸੀ ਕਿ ਸਾਡੇ ਸਭ ਤੋਂ ਜਿਹੜੇ ਵੱਡੇ ਟੀਚਰ ਨੇ, ਸੁਪਰੀਮ ਟੀਚਰ ਗੁਰੂ ਗ੍ਰੰਥ ਸਾਹਿਬ ਜੀ, ਜੋ ਕਿ ਹਰ ਟੌਪਿਕ ਤੇ, ਹਰ ਜਗ੍ਹਾ ਤੇ, ਹਰ ਵਿਸ਼ੇ ਤੇ ਸਾਨੂੰ ਗਾਈਡੈਂਸ ਦੇਣ ਦੇ ਸਮਰੱਥ ਹੈਗੇ ਨੇ। ਸੋ ਕਿਤੇ ਵੀ ਕੋਈ ਵੀ ਡਾਊਟ ਹੋਵੇ, ਕੋਈ ਵੀ ਮਨ ਦੇ ਵਿੱਚ ਦੁਵਿਧਾ ਆਵੇ, ਕੋਈ ਵੀ ਕੁਐਸਚਨ ਆਵੇ, ਤਾਂ ਉਸੇ ਵੇਲੇ ਗੁਰੂ ਸਾਹਿਬ ਜੀ ਕੋਲ ਜਾ ਕੇ ਤੇ ਆਨਸਰ ਲੈਣ ਦੇ ਲਈ ਸਭ ਤੋਂ ਵਧੀਆ ਢੰਗ ਅਰਦਾਸ ਕਰਕੇ ਹੁਕਮਨਾਮਾ ਲਈਏ। ਬਹੁਤ ਧੰਨਵਾਦ ਭੈਣ ਜੀ ਦਾ। ਸੋ ਅਸੀਂ 2 ਕੁਐਸਚਨਸ ਹੋਰ ਲਵਾਂਗੇ, ਉਸ ਤੋਂ ਬਾਅਦ ਸਮਾਂ ਕਿਉਂਕਿ ਬਹੁਤ ਸੀਮਤ ਹੈ ਸਾਡੇ ਕੋਲ। ਮੈਂ ਬੱਚਿਆਂ ਨੂੰ ਬੇਨਤੀ ਕਰਾਂਗੀ ਸਿਰਫ ਕੁਐਸਚਨਸ ਹੀ ਪੁੱਛੇ ਜਾਣ। ਮਨਦੀਪ ਕੌਰ ਜੀ। ਵਾਹਿਗੁਰੂ ਜੀ, am I audible ma'am? ਹਾਂਜੀ ਹਾਂਜੀ Am I audible ma'am? ਹਾਂਜੀ ਹਾਂਜੀ, ਤੁਹਾਨੂੰ ਸੁਣ ਪਾ ਰਹੇ ਹਾਂ। ਵਾਹਿਗੁਰੂ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ ਜੀ। ਵਾਹਿਗੁਰੂ ਜੀ, ਮੈਂ ਜੀ ਮਨਮੀਤ ਮੈਮ ਨੂੰ ਕੁਐਸਚਨ ਜੀ, ਮੈਂ ਉਹਨਾਂ ਕੋਲ ਕੁਐਸਚਨ ਪੁੱਛਣੀ ਹੈ। ਹਾਂਜੀ ਪੁੱਛੋ ਜੀ। Ma'am, how can we get override from overthinking? सवाल नहीं समझ आया जी। मैम ਅਸੀਂ overthinking ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ ਜੀ? ओवर कीजिए। ओवर थिंकिंग जी। ਇਹ ਬਹੁਤ ਡੂੰਘਾ ਤੇ ਬਹੁਤ ਲੰਬਾ ਇਹਦਾ ਜਵਾਬ ਜਾਏਗਾ। ਮੈਂ ਕੋਸ਼ਿਸ਼ ਕਰਾਂਗੀ ਜਿੰਨੇ ਸੰਖੇਪ ਵਿੱਚ ਆਪਾਂ ਗੱਲ ਕਰ ਸਕੀਏ। ਤਾਂ ਸਭ ਤੋਂ ਪਹਿਲੇ ਦੇਖਣਾ ਥਾਟਸ ਹੈਗੇ ਕੀ। ਜੇ ਸਾਡੇ ਕੋਲ ਦਿਮਾਗ ਹੈ ਮਤਲਬ ਸਾਡੇ ਕੋਲ ਥਾਟਸ, ਜੋ ਅਗਰ ਥਾਟਸ ਆ ਰਹੇ ਨੇ ਸ਼ੁਕਰ ਮਨਾਓ, ਮਤਲਬ ਸਾਡੇ ਕੋਲ ਦਿਮਾਗ ਹੈ। ਹੁਣ ਓਵਰ ਥਿੰਕਿੰਗ ਕੀ ਹੁੰਦੀ ਹੈ? ਜਦੋਂ ਅਸੀਂ ਇੱਕ ਥਾਟ ਨੂੰ ਪਕੜ ਕੇ ਉਹਦਾ ਜਾਲ ਬੁਣਨਾ ਸ਼ੁਰੂ ਕਰ ਦਿੰਦੇ। तो एक थॉट मन में आया जो कि आएगा, भावें वो अच्छा है माड़ा है, जो दिमाग है तो हर तरह के थॉट्स आने। सो उस थॉट वो साढ़े वास्ते जरूरी नहीं है, थॉट आएगा चला जाएगा, वो दी नेचर है। जिस वेले असी उस थॉट नू पकड़ के अगे ओदा जाल बुनना शुरू कर दईए, असी स्वेटर बुनते हैं सारे, एक धागा पकड़ के पूरा स्वेटर बन जाता है ना। सो इसे तरह वो स्वेटर साढ़े वास्ते ओवर थिंकिंग है, एक थॉट वो साढ़े वास्ते प्रॉब्लम नहीं है। मैं छोटा जिहा उदाहरण देंगी। कल मैं पढ़ नहीं पाई, और मैं पढ़ नहीं पाई यार, एग्जाम जा रहे हैं, मैं की करांगी, मैं फेल तो नहीं हो जावांगी, फेल होवांगी तो की होएगा, मैनू घर ते कट देंगे, मेरा विआह नहीं होएगा, मेरी जॉब नहीं लगेगी, हाय मैं की करांगी। एक दिन ना पढ़न करके मैं कितने पहुंच गई, मेरी पूरी जिंदगी बर्बाद है। सो दैट इज व्हाट इज ओवरथिंकिंग। ਹੁਣ ਜ਼ਰੂਰੀ ਹੈ ਕਿ ਅਸੀਂ ਉਸ ਵੇਲੇ ਅਸੀਂ ਆਪਣੇ ਮਨ ਤੇ, ਜਿਵੇਂ ਮਾਰ ਸਾਨੂੰ ਕਹਿੰਦੇ ਕਿ ਅਸੀਂ ਰੋਜ਼ ਮਾਰ ਕਹਿੰਦੇ ਨਾ ਬੰਦੇ ਖੋਜ ਦਿਲ ਹਰ ਰੋਜ਼, ਅਸੀਂ ਰੋਜ਼ ਦੇ ਰੋਜ਼ ਆਪਣੇ ਮਨ ਨੂੰ ਸਮਝਣਾ ਹੈ। ਅਸੀਂ ਨਿਤਨੇਮ ਆਪਣੇ ਐਡ ਕਰ ਲਈਏ ਕਿ ਅਸੀਂ ਰੋਜ਼ ਬੈਠ ਕੇ ਆਪਣੇ ਵਿਚਾਰਾਂ ਨੂੰ ਦੇਖਣਾ ਹੈ, ਕਿੱਥੇ ਜਾ ਰਹੇ ਨੇ ਕਿੱਥੇ ਨਹੀਂ ਜਾ ਰਹੇ। ਜਿੱਥੇ ਜਾ ਰਹੇ ਨੇ ਕੀ ਉਹ ਠੀਕ ਹੈ, ਕਿਉਂ ਮੈਨੂੰ ਰੱਬ ਨਾਲ ਜੋੜੇਗਾ। ਜੇ ਉੱਥੇ ਨਹੀਂ ਲੈ ਕੇ ਜਾ ਰਹੇ, ਜੇ ਮੈਨੂੰ ਰੱਬ ਦੇ ਰਾਹ ਤੋਂ ਭਟਕਾ ਰਹੇ ਨੇ, ਮਤਲਬ ਉਹ ਗਲਤ ਨੇ ਥਾਟਸ। ਠੀਕ ਹੈ। फिर दूसरा स्टैप आता है असीं समझना कि जे मैं ओवर थिंकिंग कर रही हूँ तो मेरी ओवर थिंकिंग शुरू कित्थों हुई। जिहड़ा एग्जाम्पल असीं लिया सी, उत्थे सिर्फ थॉट की आया सी यार मैं कल पढ़ नहीं पाई। ओवर थिंकिंग कित्थों शुरू हुई, यार मैं कल पढ़ नहीं पाई, हुण मैं की करांगी, मेरे एग्जाम्स आ रहे। यह पॉइंट असीं समझ लिया कि इत्थों मेरी ओवर थिंकिंग शुरू हो गई जदों मैं एक इंसीडेंट करके अपना फ्यूचर सोचना शुरू कर दिता या अपना पास्ट सोचना शुरू कर दिता। ਹੁਣ ਅਸੀਂ ਆਪਣੇ ਆਪ ਨੂੰ ਇਹ ਪੁਆਇੰਟ ਸਮਝ ਗਏ ਕਿ ਬੇਟਾ ਇੱਥੋਂ ਤੁਹਾਡੀ ਓਵਰ ਥਿੰਕਿੰਗ ਸ਼ੁਰੂ ਹੋਈ ਹੈ, ਉੱਥੇ ਰੋਕ ਲਓ ਆਪਣਾ। ਉਹ ਪੁਆਇੰਟ ਸਮਝ ਕੇ ਜਿੱਥੋਂ ਅੱਗੇ ਓਵਰ ਥਿੰਕਿੰਗ ਸ਼ੁਰੂ ਹੋਈ ਹੈ, ਉੱਥੇ ਦੇ ਉੱਥੇ ਰੋਕ ਲਓ ਕਿ ਮਨਾ ਤੁਸੀਂ ਇੱਥੋਂ ਓਵਰ ਥਿੰਕਿੰਗ ਕਰਨ ਜਾ ਰਹੇ ਹੋ। ਸਿਰਫ ਤੁਸੀਂ ਕੱਲ ਪੜ੍ਹ ਨਹੀਂ ਪਾਏ, ਮਹਾਰਾਜ ਕਿਰਪਾ ਕਰਨਗੇ ਅੱਜ ਪੜ੍ਹ ਲਾਂਗੇ, ਕੱਲ ਪੜ੍ਹ ਲਾਂਗੇ, ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰਾ ਅੱਗੇ ਕੁਛ ਨਹੀਂ ਹੋਇਆ। कल नहीं पढ़ पाए, जेन्युइन रीजन सीगे, नहीं भी सीगे तो असीं अज उहनूं पूरा कर। तो उस चीज़ नूं पकड़ के छड्ड देना इज द की कि असीं अपने ओवर थिंकिंग नूं समझीए असीं कित्थों शुरू कर रहे हैं
ਕਿ ਉਹਨੂੰ ਜਾਣਦੇ। ਅਪਾਰਟ ਫਰਮ ਦੈਟ ਸਾਡੇ ਰੋਜ਼ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਅਸੀਂ ਜਦੋਂ ਧਿਆਨ ਲਗਾਈਏ, ਜਦੋਂ ਨਾਮ ਸਿਮਰਨ ਕਰੀਏ ਤਾਂ ਜਿੰਨੇ ਵੀ ਵਿਚਾਰ ਆ ਰਹੇ ਨੇ, ਬਾਣੀ ਪੜ੍ਹਦੇ ਨਾ ਸਭ ਤੋਂ ਜ਼ਿਆਦਾ ਥਾਟਸ ਆਉਂਦੇ ਨੇ, ਸਭ ਤੋਂ। ਤਾਂ ਉਸ ਵੇਲੇ ਅਸੀਂ ਕੀ ਕੋਸ਼ਿਸ਼ ਕਰਨੀ ਹੈ, ਜਿਵੇਂ ਜਦੋਂ ਧਿਆਨ ਲਾਉਣ ਬੈਠੇ, ਬਾਣੀ ਪੜ੍ਹਨ ਬੈਠੇ, ਅਸੀਂ ਬਾਣੀ ਪੜ੍ਹਨੀ ਸ਼ੁਰੂ ਕੀਤੀ, ਧਿਆਨ ਭਟਕੇਗਾ, ਵਾਪਸੀ ਆ ਜਾਓ। ਜਦੋਂ ਜਿਸ ਮੋਮੈਂਟ ਪਤਾ ਲੱਗੇ ਨਾ ਭਟਕ ਗਏ, ਵਾਪਸੀ ਆ ਜਾਓ। ਅਸੀਂ ਥਾਟਸ ਨੂੰ ਇਸ ਤਰ੍ਹਾਂ ਦੇਖਣਾ ਹੈ ਜਿਵੇਂ ਅਸੀਂ ਇੱਕ ਕਹਿ ਲਓ ਫਲਾਈਓਵਰ ਤੇ ਖੜੇ ਹਾਂ ਤੇ ਥੱਲੋਂ ਟ੍ਰੈਫਿਕ ਆ ਜਾ ਰਿਹਾ, ਉਹ ਟ੍ਰੈਫਿਕ ਸਾਡੇ ਥਾਟਸ ਦਾ ਹੈ, ਆਉਣ ਦੋ ਜਾਣ ਦੋ, ਪੜ੍ਹ ਕੇ ਨਾ ਬੈਠੋ। ਜਿਸ ਵੇਲੇ ਅਸੀਂ ਪੜ੍ਹ ਕੇ ਬੈਠ ਕੇ ਅਸੀਂ ਉਸ ਟ੍ਰੈਫਿਕ ਦਾ ਹਿੱਸਾ ਬਣ ਜਾਵਾਂਗੇ ਤੇ ਐਸੇ ਫਸ ਜਾਵਾਂਗੇ ਕਿ ਨਿਕਲਣਾ ਔਖਾ ਹੋਏਗਾ। ਸੋ ਅਸੀਂ ਆਪਣੇ ਆਪ ਨੂੰ ਉਸ ਤੋਂ ਉੱਪਰ ਰੱਖ ਕੇ ਸਿਰਫ ਥਾਟਸ ਨੂੰ ਦੇਖਣਾ ਹੈ, ਆਬਜ਼ਰਵ ਕਰਨਾ ਹੈ। ਮਾੜਾ ਵੀ ਥਾਟ ਆਇਆ, ਚਲ ਜਾਣ, ਆਇਆ ਤੇ ਆਇਆ, ਸਿਰਫ ਉਹਨੂੰ ਪਕੜ ਲੈਣਾ ਇਜ਼ ਦ ਪ੍ਰੋਬਲਮ। ਬਹੁਤ ਧੰਨਵਾਦ ਜੀ ਭੈਣ ਜੀ ਦਾ। ਸੋ ਅਸੀਂ ਹੁਣ ਲਾਸਟ ਕੁਐਸਚਨ ਲਵਾਂਗੇ ਜੀ, ਸਿਰਫ ਇੱਕ, ਕਿਉਂਕਿ ਬॉयਜ਼ ਹਜੇ ਤੱਕ ਕੋਈ ਨਹੀਂ ਸੀ ਆਏ, ਇੱਕ ਲੜਕੇ ਨੂੰ ਅਸੀਂ ਜ਼ਰੂਰ ਚਾਂਸ ਦੇਣਾ ਚਾਹਾਂਗੇ। ਏਕਮਵੀਰ ਸਿੰਘ ਜੀ ਜੈਤੋ ਤੋਂ, ਉਹਨਾਂ ਨੂੰ ਬੇਨਤੀ ਆਪਣੀ ਵੀਡੀਓ ਨੂੰ ਔਨ ਕਰਨਗੇ। ਭੈਣ ਜੀ ਸੁਰਿੰਦਰ ਕੌਰ ਜੀ ਅਗਰ ਜੁੜ ਚੁੱਕੇ ਨੇ ਤਾਂ ਮੈਂ ਬੇਨਤੀ ਕਰਾਂਗੀ ਅੱਗੋਂ ਸੈਸ਼ਨ ਨੂੰ ਸੰਭਾਲਣਗੇ। ਸ਼ਾਇਦ ਬੱਚਿਆਂ ਨੂੰ ਕੁਝ ਇਸ਼ੂਜ਼ ਆ ਰਹੇ ਨੇ, ਨਹੀਂ ਜੁੜ ਪਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਇੱਕ ਨਾ ਸਵਾਲ ਸੀਗਾ ਭੈਣ ਜੀ ਮਨਮੀਤ ਕੌਰ ਨੂੰ ਜੀ। ਹਾਂਜੀ ਜੀ ਅਸੀਂ ਇਹ ਪੁੱਛਣਾ ਸੀਗਾ ਵੀ ਕੁਝ ਕੁ ਦਿਨ ਪਹਿਲਾਂ ਸਾਡੇ ਕੋਲ ਇੱਕ ਇੰਦਰਜੀਤ ਵੀਰ ਜੀ ਆਏ ਸੀ, ਜਿਨ੍ਹਾਂ ਨੇ ਐਜੂਕੇਸ਼ਨ ਦੇ ਜਾ ਸੀ ਵਿਸ਼ਾ ਜੀ। ਤੁਹਾਡੀ ਤਾਂ ਆਵਾਜ਼ ਉਹਨਾਂ ਨੇ ਭੈਣ ਜੀ ਇੰਦਰਜੀਤ ਵੀਰ ਜੀ ਆਏ ਸੀ, ਉਹਨਾਂ ਨੇ ਵਿਸ਼ਾ ਲਿਆ ਸੀਗਾ ਜੀ ਐਜੂਕੇਸ਼ਨ ਦੇ। ਹੈਲੋ ਇੰਦਰਜੀਤ ਵੀਰ ਜੀ ਆਏ ਸੀ, ਉਹਨਾਂ ਨੇ ਆਪਣਾ ਵਿਸ਼ਾ ਲਿਆ ਸੀ ਇੱਕ ਐਜੂਕੇਸ਼ਨ ਦੇ ਜੀ। ਹਾਂਜੀ ਤੇ ਉਸਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ, ਕਹਿੰਦੇ ਤੁਸੀਂ ਜਿਹੜੇ ਸੁਪਨੇ ਆ ਉਹ ਦੇਖ ਸਕਦੇ, ਤੁਸੀਂ ਸੋਚ ਸਕਦੇ ਹੋ ਵੀ ਅਸੀਂ ਸਟੱਡੀ ਕਰਨ ਤੋਂ ਬਾਅਦ ਅੱਗੇ ਆਹ ਕੁਛ ਕਰਾਂਗੇ, ਆਹ ਕੁਛ ਕਰਾਂਗੇ। ਕੀ ਭੈਣ ਜੀ ਇਹਨੂੰ ਵੀ ਅਸੀਂ ਓਵਰ ਥਿੰਕਿੰਗ ਕਹਿ ਸਕਦੇ ਹਾਂ ਜੀ? नहीं समझाया, सुपने कीजिए। ਉਹਨਾਂ ਦਾ ਕੁਐਸਚਨ ਹੈ ਕਿ ਸਾਨੂੰ ਕਿਸੇ ਨੇ ਸਮਝਾਇਆ ਸੀ ਕਿ ਅਗਰ ਕੋਈ ਡ੍ਰੀਮ ਹੋਵੇ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਕਰਾਂਗੇ। ਕੀ ਓਵਰ ਥਿੰਕਿੰਗ ਹੈ? बहुत बहुत प्यारा सवाल है, तो जरूरी है साढ़े वास्ते समझना कि सुपने देखने में ते ओवरथिंक करना की फर्क है जी। तो एक ना कह लो ਇਹ ਸਿੱਖੀ ਦੀ ਇੱਕ ਮਹਾਰਾਜ ਨੇ ਸਾਨੂੰ ਦਾਤ ਬਖਸ਼ੀ ਹੈ ਕਿ ਸਿੱਖਾਂ ਵਿੱਚ ਉਹ ਸੁਪਨੇ ਹੋਣੇ ਵੀ ਜ਼ਰੂਰੀ ਨੇ। ਉਹ ਇੱਕ ਸਪਾਰਕ, ਉਹਨੂੰ ਜੋ ਕਹਿੰਦੇ ਨਾ ਕਿ ਅੱਖਾਂ ਵਿੱਚ ਉਹ ਸਪਾਰਕ, ਆਪਣੇ ਮਨ ਵਿੱਚ ਉਹ ਸਪਾਰਕ ਕਿ ਲਾਈਫ ਵਿੱਚ ਹਮੇਸ਼ਾ ਅੱਗੇ ਵੱਧਦੇ ਰਹਿਣਾ। सुपने होना वो बहुत ज़रूरी है कि की करना है मैं जिंदगी, पर उन्हां सुपनियां नाल अटैचमेंट हो जाना, उन्हां सुपनियां तो फिर एक्सपैक्टेशंस बन जाना, उत्थे शुरू होंदी है साडी ओवर थिंकिंग। मन विच इन्ना विचारना कि मैं जिंदगी विच, फॉर एग्जाम्पल जे दुनियावी पक्खों भी एग्जाम्पल लईए कि मैं अगर लाइफ विच से डॉक्टर बनना है, वो एक सुपना है। ਜਦੋਂ ਉਹ ਸੁਪਨਾ ਹੋਏਗਾ ਕੇਵਲ ਤਾਂ ਹੀ ਅਸੀਂ ਉਸ ਸੁਪਨੇ ਨੂੰ ਹਾਸਿਲ ਕਰਨ ਲਈ ਉਦਮ ਕਰ ਸਕਾਂਗੇ। ਜੇ ਸੁਪਨਾ ਨਹੀਂ ਤੇ ਉਦਮ ਵੀ ਨਹੀਂ ਹੋਣਗੇ, ਕੋਈ ਮੋਟੀਵੇਸ਼ਨਲ ਫੋਰਸ ਨਹੀਂ ਹੋਏਗੀ ਸਾਡੇ ਕੋਲ ਕਿ ਅਸੀਂ ਕੁਝ ਉਦਮ ਕਰ ਸਕੀਏ। ਹੁਣ ਕੀ ਹੋਇਆ ਲਾਈਫ ਵਿੱਚ, ਕਿਉਂਕਿ ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ, ਹੈ ਨਾ। ਅਸੀਂ ਜੋ ਮਰਜ਼ੀ ਕਰ ਲਈਏ, ਮਹਾਰਾਜ ਨੇ ਜਿੱਥੇ ਪਹੁੰਚਾਣਾ ਉੱਥੇ ਪਹੁੰਚਾਣਾ। ਹੁਣ ਕੀ ਹੋਇਆ ਕਿ ਅਸੀਂ ਜਦੋਂ ਡਾਕਟਰ ਬਣਨਾ ਚਾਹ ਰਹੇ ਸੀ, MBBS ਦਾ ਸਾਡਾ ਕਲੀਅਰ ਨਹੀਂ ਹੋਇਆ ਐਗਜ਼ਾਮ। ਹੁਣ ਜਦੋਂ ਨਹੀਂ ਹੋਇਆ ਕਲੀਅਰ ਐਗਜ਼ਾਮ, ਉੱਥੇ ਪਤਾ ਲੱਗਦਾ ਕਿ ਅਸੀਂ ਸੁਪਨਾ ਵੇਖਿਆ ਸੀ, ਅਸੀਂ ਓਵਰ ਥਿੰਕਿੰਗ ਕੀਤੀ। ਜੇ ਸੁਪਨਾ ਵੇਖਿਆ ਤੇ ਅਸੀਂ ਕੀ ਕਰਾਂਗੇ, ਚਲ ਕੋਈ ਗੱਲ ਨਹੀਂ, ਅੱਜ ਨਹੀਂ ਹੋਇਆ ਕੱਲ ਹੋਏਗਾ। ਨਹੀਂ ਹੋਇਆ, ਮਹਾਰਾਜ ਨੇ ਕੁਝ ਹੋਰ ਸੋਚਿਆ ਹੋਏਗਾ ਮੈਨੂੰ ਉੱਥੇ ਤੱਕ ਪਹੁੰਚਾਉਣ ਲਈ ਜਾਂ ਕਿਸੇ ਹੋਰ ਅੱਛੀ ਜਗ੍ਹਾ ਪਹੁੰਚਾਉਣ ਲਈ। ਉਹ ਹੈ ਸੁਪਨਾ। ओवर थिंकिंग की होएगी, मेरा MBBS नहीं क्लियर होया, मैं लाइफ में कुछ नहीं कर सकती, मैं कभी डॉक्टर नहीं बन सकती हूँ, मैं घरदियां नूं की मुंह विखावांगी, मैं तो कुछ होर सोचा ही नहीं लाइफ में की होएगा।
मैं कि कुछ नहीं कर सकती, मैं तो बस ऐसे ही खत्म। वो हैगी ओवर थिंकिंग ਤਾਂ ਸ਼ੁਰੂ ਹੋਈ ਜਦੋਂ ਸਾਡੀਆਂ ਐਕਸਪੈਕਟੇਸ਼ਨਸ ਬਣੀਆਂ ਗਈਆਂ ਉਸ ਸੁਪਨੇ ਨਾਲ, ਜਦੋਂ ਸਾਡੇ ਕਹਿ ਲਓ ਇੱਕ ਐਸਪੀਰੇਸ਼ਨਸ ਲੱਗ ਗਈਆਂ, ਜਦੋਂ ਸਾਨੂੰ ਇਹ ਹੋਇਆ ਕਿ ਬਸ ਇਹ ਮੈਂ ਕਿਸੇ ਤਰ੍ਹਾਂ ਹਾਸਿਲ ਕਰਨਾ ਹੈ। ਜਦੋਂ ਉੱਥੇ ਮੈਂ ਆ ਗਈ, ਐਕਸਪੈਕਟੇਸ਼ਨਸ ਆ ਗਈਆਂ, ਮੈਂ ਕਿਉਂ ਨਹੀਂ ਕਰ ਪਾਈ, ਦੈਟ ਇਜ਼ ਓਵਰ। ਜਿੱਥੇ ਅਸੀਂ ਸੁਪਨਾ ਵੇਖ ਕੇ ਮਾਰਸ ਦੇ ਹੱਥ ਛੱਡਤਾ, ਪ੍ਰਭ ਡੋਰੀ ਹੱਥ ਮਾਰੇ, ਜਿੱਥੇ ਪਹੁੰਚਾਣਾ ਪਹੁੰਚਾਓ, ਦੈਟ ਇਜ਼ ਸੁਪਨਾ। ਅਸੀਂ ਡਿਫਰੈਂਸ਼ੀਏਟ ਲਾਈਫ ਵਿੱਚ ਕਿਵੇਂ ਕਰੀਏ ਕਿ ਜੇ ਤੇ ਉਹ ਸੁਪਨਾ ਸਾਨੂੰ ਮੋਟੀਵੇਟ ਕਰ ਰਿਹਾ ਉਦਮ ਕਰਨ ਲਈ, ਉਹ ਸੁਪਨਾ ਹੈ। ਜੇ ਉਸ ਸੁਪਨੇ ਤੱਕ ਪਹੁੰਚਣ ਦੀ ਰਾਹ ਵਿੱਚ ਅਸੀਂ ਨਿਰਾਸ਼ ਹੋ ਰਹੇ ਹਾਂ ਤੇ ਓਵਰਥਿੰਕ। ਧੰਨਵਾਦ ਭੈਣ ਜੀ ਦਾ। ਸਮੇਂ ਦੀ ਸੀਮਾ ਨੂੰ ਦੇਖਦੇ ਹੋਏ ਅੱਜ ਦੇ ਕੈਂਪ ਦੀ ਅਸੀਂ ਇੱਥੇ ਸਮਾਪਤੀ ਕਰਾਂਗੇ। ਮੈਂ ਬਹੁਤ ਧੰਨਵਾਦ ਕਰਦੀ ਹਾਂ, ਔਰ ਮੈਂ ਭੈਣ ਜੀ ਨੂੰ ਬੇਨਤੀ ਕਰਦੀ ਹਾਂ ਕਿ ਜ਼ਰੂਰ ਇੱਕ ਦਿਨ ਫਿਰ ਸਮਾਂ ਕੱਢ ਕੇ ਬੱਚਿਆਂ ਨੂੰ ਜ਼ਰੂਰ, ਹਜੇ ਉਹਨਾਂ ਦੇ ਬਹੁਤ ਸਾਰੇ ਸਵਾਲ ਉਹਨਾਂ ਦੇ ਮਨਾਂ ਵਿੱਚ ਹੈਗੇ ਨੇ, ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਹੈ ਇੱਕ ਦਿਨ ਫਿਰ ਆਪ ਜੀ ਸੈਸ਼ਨ ਲਓ, ਤਾਂ ਕਿ ਬੱਚਿਆਂ ਨੂੰ ਹੋਰ ਵਧੀਆ ਢੰਗ ਦੇ ਨਾਲ ਉਹਨਾਂ ਦੇ ਜਿਹੜੇ ਡਾਊਟਸ ਨੇ ਉਹਨਾਂ ਨੂੰ ਕਲੀਅਰ ਕੀਤਾ ਜਾ ਸਕੇ, ਔਰ ਪਾਣੀ ਦੇ ਨਾਲ ਹੋਰ ਵਧੀਆ ਤਰੀਕੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਅਤੇ ਆਪਣੇ ਸਮਾਜ ਨੂੰ ਚੰਗਾ ਬਣਾ ਸਕੇ। ਬਹੁਤ ਬੇਨਤੀ ਕਰਨਾ ਚਾਹਾਂਗੀ ਕਿ ਜਿੱਥੇ ਅਸੀਂ ਆਪ ਕੈਂਪ ਦੇ ਵਿੱਚ ਜੁੜਦੇ ਹਾਂ, ਜੋ ਸਿੱਖਦੇ ਹਾਂ ਉਹਨੂੰ ਅਪਲਾਈ ਕਰੀਏ, ਔਰ ਉਹਦੇ ਨਾਲ ਨਾਲ ਦੂਸਰਿਆਂ ਨੂੰ ਵੀ ਮੋਟੀਵੇਟ ਕਰੀਏ ਕਿ ਉਹ ਵੀ ਇਸ ਕੈਂਪ ਨੂੰ ਜੁਆਇਨ ਕਰਕੇ ਆਪਣੇ ਜੀਵਨ ਦੇ ਵਿੱਚ ਚੰਗਾ ਸਿੱਖ ਸਕਣ। ਸੋ ਜ਼ਰੂਰ ਤੁਸੀਂ ਸਾਰਿਆਂ ਨੇ ਘੱਟੋ ਘੱਟ ਅਸੀਂ 5 ਜਣਿਆਂ ਨੂੰ ਜ਼ਰੂਰ ਪ੍ਰੇਰਨਾ ਕਰੀਏ ਕਿ ਇਹ ਕੈਂਪ ਨੂੰ ਅਟੈਂਡ ਕਰਨ। ਔਰ ਉਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਆਪ ਸਭ ਨੂੰ ਦੱਸਿਆ ਗਿਆ ਕਿ 9 ਅਕਤੂਬਰ ਨੂੰ ਭਾਈ ਤਾਰੂ ਸਿੰਘ ਜੀ, ਸ਼ਹੀਦ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਜਨਮ ਦਿਹਾੜਾ ਆ ਰਿਹਾ ਹੈ। ਹੋਪਫੁਲੀ ਸਾਰਿਆਂ ਨੇ ਰਜਿਸਟਰ ਕਰ ਲਿਆ ਹੋਏਗਾ ਉਹ ਜੋ ਕੰਪੀਟੀਸ਼ਨ ਹੋ ਰਿਹਾ ਹੈ। ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ, ਕਿਰਪਾ ਕਰਕੇ ਉਹਦੇ ਵਿੱਚ ਰਜਿਸਟਰ ਕਰੋ, ਮੂਵੀ ਦੇਖੋ, ਔਰ ਉਸ ਮੂਵੀ ਦੇ ਵਿੱਚੋਂ ਜੋ ਸਵਾਲ ਨੇ, ਜੋ ਕੁਐਸਚਨਸ ਨੇ, ਉਹਦਾ ਜੋ ਟੈਸਟ ਹੈ 9 ਅਕਤੂਬਰ ਨੂੰ ਲਿਆ ਜਾਏਗਾ ਗਰੁੱਪ ਵਾਈਜ਼। ਸੋ ਸਾਰਿਆਂ ਨੇ ਜ਼ਰੂਰ ਉਹਦੇ ਵਿੱਚ ਪਾਰਟਿਸਿਪੇਟ ਕਰਨਾ। ਸਵਾਈ ਦੇ ਕੈਂਪ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।